ਹੈਲੋ ਗਾਇਜ਼ ਵੈਲਕਮ ਟੂ ਕਰੀਅਰ ਐਜ। ਗਾਇਜ਼ ਜਿਵੇਂ ਤੁਹਾਨੂੰ ਪਤਾ ਹੈ ਕਿ ਜੀਕੇ ਦੀ ਕਲਾਸਿਸ ਕਰਦੇ ਆਪਾਂ ਡੇਲੀ। ਅੱਜ 5th ਡੇ ਹੈ ਜਿਸ ਦੇ ਵਿੱਚ ਕਿ ਆਪਾਂ ਐਮਸੀਕਿਊਜ਼ ਫੇਰ ਕਰਾਂਗੇ ਜੀਕੇ ਦੇ। ਜੀਕੇ ਦੇ ਨਾਲ ਬੱਚੇ ਹੋਰ ਵੀ ਸਬਜੈਕਟਸ ਜਿਹੜੇ ਐਮਸੀਕਿਊਜ਼ ਨੇ ਕਰੀਅਰ ਦੇ ਪਲੇਟਫਾਰਮ 'ਤੇ ਤੁਹਾਨੂੰ ਮਿਲ ਜਾਣਗੇ, ਤੁਸੀਂ ਉਹ ਵੀ ਪਲੀਜ਼ ਦੇਖ ਸਕਦੇ ਹੋ। ਅੱਜ ਬੱਚੇ ਆਪਾਂ ਅਗੇਨ ਕੀ ਕਰਾਂਗੇ, ਪੰਜਾਬ ਪੁਲਿਸ ਦੇ ਐਗਜ਼ਾਮਸ ਨੂੰ ਟਾਰਗੇਟ ਕਰਦੇ ਹੋਏ, ਕਾਂਸਟੇਬਲ ਨੂੰ, ਸਬ ਇੰਸਪੈਕਟਰ ਨੂੰ ਟਾਰਗੇਟ ਕਰਦੇ ਹੋਏ ਆਪਾਂ ਇਹ ਐਮਸੀਕਿਊ ਸੋਲਵ ਕਰਾਂਗੇ। ਠੀਕ ਹੈ ਬੱਚੇ, ਸਟਾਰਟ ਕਰਦੇ ਹਾਂ ਫਿਰ ਜੀਕੇ ਦੇ ਐਮਸੀਕਿਊਜ਼। ਲੈਟਸ ਬਿਗਿਨ। ਫਸਟ ਕੁਐਸਚਨ, ਮਾਡਰਨ ਹਿਸਟਰੀ ਦੇ ਵਿੱਚੋਂ ਵਿਚ ਵਨ ਆਫ ਦ ਫੋਲੋਇੰਗ ਇਵੋਲਵਡ ਦ ਪੋਲਿਸੀ ਆਫ ਸਬਸਿਡਰੀ ਅਲਾਇੰਸ। ਸਬਸਿਡਰੀ ਅਲਾਇੰਸ ਦੀ ਪਾਲਿਸੀ ਇਹਨਾਂ ਦੇ ਵਿੱਚੋਂ ਕਿਹੜੇ ਗਵਰਨਰ ਜਨਰਲ ਜਾਂ ਵਾਇਸਰੋਏ ਨੇ ਕੀ ਹੈ ਜਿਹੜੀ ਇਵੋਲਵ ਕੀਤੀ ਹੈ, ਸਟਾਰਟ ਕੀਤੀ ਬੇਸਿਕਲੀ। ਠੀਕ ਹੈ, ਤਾਂ ਪੁੱਛ ਰਿਹਾ ਬੇਸਿਕਲੀ ਈਜ਼ੀ ਕੁਐਸਚਨ ਹੈਗਾ। ਲਾਰਡ ਵੈਲਜ਼ਲੀ ਆਪਣੇ ਆਉਂਦੇ ਨੇ ਰਾਜੇ, ਜਿਨ੍ਹਾਂ ਨੇ ਕੀ ਸਬਸਿਡੀ ਅਲਾਇੰਸ ਜਿਨ੍ਹਾਂ ਨਾਲ ਕੀ ਐਸੋਸੀਏਟ ਕੀਤਾ ਜਾਂਦਾ ਹੈਗਾ। ਠੀਕ ਹੈ, ਸਬਸਿਡਰੀ ਅਲਾਇੰਸ ਬੇਸਿਕਲੀ ਕੀ ਸੀਗਾ ਰਾਜੇ, ਕਿ ਜਦੋਂ ਜਿਹੜੇ ਅੰਗਰੇਜ਼ ਸੀਗੇ, ਅੰਗਰੇਜ਼ ਕੰਪਨੀ ਸੀਗੀ, ਇੰਗਲਿਸ਼ ਕੰਪਨੀ ਸੀਗੀ, ਉਹ ਕੀ ਕਰਦੀ ਸੀ ਬੱਚੇ ਕਿ ਜਿਹੜੇ ਆਪਣੇ ਇੰਡੀਅਨ ਰੂਲਰ ਸੀਗੇ, ਇੰਡੀਅਨ ਰੂਲਰਸ ਸੀਗੇ, ਠੀਕ ਹੈ, ਅਤੇ ਇੱਧਰ ਇੰਗਲਿਸ਼ ਕੰਪਨੀ ਸੀਗੀ। ਤਾਂ ਇੰਗਲਿਸ਼ ਕੰਪਨੀ ਬੱਚੇ ਕੀ ਕਰਦੀ ਸੀਗੀ, ਇੱਕ ਤਰ੍ਹਾਂ ਦਾ ਇਹਨਾਂ ਨੂੰ ਸਬਸਿਡਰੀ ਬਣਾ ਲੈਂਦੀ ਸੀ ਆਪਣਾ। ਠੀਕ ਹੈ, ਇੰਡੀਅਨ ਰੂਲਰਸ ਨੂੰ ਕਿਵੇਂ ਬੇਸਿਕਲੀ ਰਾਜੇ ਇਹਨਾਂ ਨੂੰ ਜਿਹੜਾ ਕੀ ਸੀਗਾ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਸੀ। ਇੰਗਲਿਸ਼ ਕੰਪਨੀ ਜਿਹੜੀ ਸੀਗੀ ਆਪਣੇ ਇੰਡੀਅਨ ਰੂਲਰਸ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਸੀ ਵਿਦ ਹੈਲਪ ਆਫ ਟਰੂਪਸ। ਠੀਕ ਹੈ, ਤਾਂ ਇੰਗਲਿਸ਼ ਕੰਪਨੀ ਆਪਣੇ ਟਰੂਪਸ ਦਿੰਦੀ ਸੀਗੀ। ਠੀਕ ਹੈ, ਬਦਲੇ ਦੇ ਵਿੱਚ ਕੀ ਲੈਂਦੀ ਸੀ, ਓਬਵੀਅਸਲੀ ਫੀਸ ਲੈਂਦੀ ਸੀ, ਸਰਵਿਸ ਫੀਸ ਲੈਂਦੀ ਸੀਗੀ ਔਰ ਮੋਟੀ ਫੀਸ ਲੈਂਦੀ ਸੀਗੀ। ਠੀਕ ਹੈ, ਤਾਂ ਇਹ ਕਾਫੀ ਕੁਝ ਇਵੋਲੂਸ਼ਨ ਹੋਈ ਹੈ ਸਬਸਿਡਰੀ ਅਲਾਇੰਸ ਦੇ ਵਿੱਚ। ਪਹਿਲਾਂ ਸਿਰਫ ਕੰਪਨੀ ਹੈਲਪ ਕਰਦੀ ਸੀ, ਬਾਅਦ ਦੇ ਵਿੱਚ ਫੀਸ ਲੈਣ ਲੱਗੀ ਸੀਗੀ। ਠੀਕ ਹੈ, ਬਾਅਦ ਦੇ ਵਿੱਚ ਬਿਲਕੁਲ ਹੀ ਇੰਡੀਪੈਂਡੈਂਟ ਹੋ ਗਈ ਸੀਗੀ। ਠੀਕ ਹੈ, ਫਿਰ ਬੱਚੇ ਕੀ ਸੀ, ਫੀਸ ਦੀ ਜਗ੍ਹਾ ਫਿਰ ਕੀ ਸੀ, ਕੁਛ ਨਾ ਕੁਛ ਜਿਹੜਾ ਇੰਡੀਅਨ ਰੂਲਰਸ ਦਾ ਜਿਹੜਾ ਇਹ ਪੋਰਸ਼ਨ ਸੀ, ਲੈਂਡ ਪੋਰਸ਼ਨ, ਇਹਨਾਂ ਦੀ ਜਿਹੜੀ ਟੈਰੀਟਰੀ ਸੀਗੀ, ਉਹਨਾਂ ਨੂੰ ਐਕਵਾਇਰ ਕਰਨਾ ਸਟਾਰਟ ਕਰਤਾ। ਤਾਂ ਕਾਫੀ ਮਤਲਬ ਐਵੋਲੂਸ਼ਨ ਹੁੰਦੀ ਰਹੀ ਇਸ ਸਬਸਿਡਰੀ ਅਲਾਇੰਸ ਦੇ ਵਿੱਚ। ਬਟ ਹਾਂਜੀ, ਵੈਲਸਲੀ ਨਾਲ ਜਿਹੜਾ ਕਿ ਐਸੋਸੀਏਟ ਕੀਤਾ ਜਾਂਦਾ ਇਸ ਨੂੰ, ਸਬਸਿਡਰੀ ਅਲਾਇੰਸ ਨੂੰ। ਕੀ ਟਾਈਮ ਪੀਰੀਅਡ ਸੀ ਬੱਚੇ ਇਹਨਾਂ ਦਾ, 1798 ਤੋਂ ਲੈ ਕੇ 1805, ਇਹ ਲਾਰਡ ਵੈਲਜ਼ਲੀ ਦਾ ਟਾਈਮ ਪੀਰੀਅਡ ਸੀਗਾ। ਇਹਨਾਂ ਤੋਂ ਪਹਿਲਾਂ ਕੌਣ ਸੀਗੇ, ਜੌਨ ਸ਼ੋਰ ਸੀਗੇ। ਠੀਕ ਹੈ, 1793 ਤੋਂ ਲੈ ਕੇ 1798। ਉਹਨਾਂ ਤੋਂ ਪਹਿਲਾਂ ਬੱਚੇ ਕੌਣ ਸੀ, ਕੋਰਨਵਾਲਿਸ ਸੀਗੇ। ਠੀਕ ਹੈ, ਆਪਣੇ ਆਲਮੋਸਟ 1786 ਤੋਂ ਲੈ ਕੇ 1793। ਕੀ ਇਹਨਾਂ ਦਾ ਕੀ ਫੇਮਸ ਹੈ ਬੱਚੇ, ਕੋਰਨਵਾਲਿਸ ਦਾ ਪਰਮਾਨੈਂਟ ਸੈਟਲਮੈਂਟ। ਠੀਕ ਹੈ, 93 ਦੇ ਵਿੱਚ ਪਰਮਾਨੈਂਟ ਸੈਟਲਮੈਂਟ ਲੈ ਕੇ ਆਏ ਸੀ, ਔਰ ਕੋਰਨਵਾਲਿਸ ਕੋਡ ਲੈ ਕੇ ਆਏ ਸੀ, ਜਿਹਦੇ ਵਿੱਚ ਕੀ ਸਿਵਲ ਸਰਵਿਸਿਜ਼ ਬਾਰੇ ਕੁਝ ਕਾਫੀ ਰਿਫਾਰਮਸ ਸੀਗੇ। ਠੀਕ ਹੈ, ਇਸੇ ਕਰਕੇ ਇਹਨਾਂ ਨੂੰ ਫਾਦਰ ਆਫ ਸਿਵਲ ਸਰਵਿਸਿਜ਼ ਵੀ ਕਿਹਾ ਜਾਂਦਾ, ਕਿਹਨੂੰ, ਲਾਰਡ ਕੋਰਨਵਾਲਿਸ ਨੂੰ। ਠੀਕ ਹੈ ਬੱਚੇ, ਅਤੇ ਇਹ ਤੋਂ ਪਹਿਲਾਂ ਕੌਣ ਸੀਗੇ, ਇਹ ਤੋਂ ਪਹਿਲਾਂ ਵਾਰਨ ਹੋਸਟਿੰਗ ਸੀਗੇ। ਠੀਕ ਹੈ, 1786 ਤੋਂ ਪਹਿਲਾਂ, ਬੇਸਿਕਲੀ 1775 ਤੋਂ ਲੈ ਕੇ 1786। ਠੀਕ ਹੈ, ਆਪਾਂ ਇਹ ਟਾਈਮ ਪੀਰੀਅਡ ਕਰ ਸਕਦੇ ਹੁਣ ਇਹਨਾਂ ਦਾ ਆਲਮੋਸਟ। ਠੀਕ ਹੈ, ਅਤੇ ਉਦੋਂ ਪਹਿਲਾਂ ਜਿਹੜੇ ਆਪਣੇ ਫਸਟ ਗਵਰਨਰ ਸੀਗੇ, ਮਤਲਬ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਉਹ ਲਾਰਡ ਕਲਾਈਵ ਸੀਗੇ। ਅਤੇ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ, ਵਾਰਨ ਹਾਸਟਿੰਗ ਸੀਗੇ। ਫਸਟ ਗਵਰਨਰ ਜਨਰਲ ਆਫ ਬੰਗਾਲ ਆਪਾਂ ਕਹਾਂਗੇ। ਅਤੇ ਫਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਬੱਚੇ, ਫਸਟ ਗਵਰਨਰ ਆਫ ਜਨਰਲ ਆਫ ਇੰਡੀਆ ਉਹ ਕੀ ਸੀਗੇ ਆਪਣੇ, ਵਿਲੀਅਮ ਬੈਂਟਿਕ। ਵਿਲੀਅਮ ਬੈਂਟਿਕ। ਠੀਕ ਹੈ ਬੱਚੇ, ਆਲਮੋਸਟ 1828 ਤੋਂ ਲੈ ਕੇ 1835 ਇਹਨਾਂ ਦਾ ਟਾਈਮ ਪੀਰੀਅਡ ਸੀਗਾ। ਰਾਜੇ 1-2 ਸਾਲ ਉੱਪਰ ਨੀਚੇ ਹੋ ਸਕਦੇ ਨੇ ਕਿਸੇ ਦੇ ਵੀ, ਕੋਈ ਉਹਦੇ ਨਾਲ ਆਪਾਂ ਨੂੰ ਫਰਕ ਨਹੀਂ ਪੈਂਦਾ। ਠੀਕ ਹੈ, ਆਪਾਂ ਨੂੰ ਬੇਸਿਕ ਜਿਹਾ ਆਈਡੀਆ ਹੋਣਾ ਚਾਹੀਦਾ। ਫਰਕ ਜਿਹੜਾ ਕੀ ਹੈ 10 ਸਾਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ, 100 ਸਾਲ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। 1-2 ਸਾਲ ਦਾ ਤੁਹਾਨੂੰ ਆਈਡੀਆ ਤੁਸੀਂ ਲਗਾ ਸਕਦੇ ਹੋ, ਗੈਸ ਵਰਕ ਕਰ ਸਕਦੇ ਹੋ। ਠੀਕ ਹੈ, ਚਲੋ ਸੈਕਿੰਡ ਕੁਐਸਚਨ, ਵਿਚ ਐਕਟ ਆਫ ਦ ਬ੍ਰਿਟਿਸ਼ ਪਾਰਲੀਮੈਂਟ ਕ੍ਰੀਏਟਡ ਦ ਆਫਿਸ ਆਫ ਗਵਰਨਰ ਜਨਰਲ ਆਫ ਇੰਡੀਆ। ਦੇਖੋ ਰਾਜੇ, ਨੈਕਸਟ ਕੁਐਸਚਨ ਹੀ ਆ ਗਿਆ ਗਵਰਨਰ ਜਨਰਲ ਬਾਰੇ। ਗਵਰਨਰ ਜਨਰਲ ਆਫ ਇੰਡੀਆ ਇਹ ਵਾਲਾ ਆਫਿਸ ਕਦੋਂ ਬ੍ਰਿਟਿਸ਼ ਪਾਰਲੀਮੈਂਟ ਨੇ ਕ੍ਰੀਏਟ ਕੀਤਾ ਬੱਚੇ, ਇਹ ਪੁੱਛ ਰਹੇ ਬੇਸਿਕਲੀ। ਆਪਾਂ ਹੁਣੇ ਕੀਤਾ ਰਾਜੇ ਕਿ ਪਹਿਲੇ ਜਿਹੜੇ ਗਵਰਨਰ ਜਨਰਲ ਆਫ ਇੰਡੀਆ ਸੀਗੇ ਉਹ ਕੌਣ ਸੀ, ਵਿਲੀਅਮ ਬੈਂਟਿਕ ਸੀਗੇ। ਉਹਨਾਂ ਦਾ ਟਾਈਮ ਪੀਰੀਅਡ ਸੀ 1828 ਤੋਂ ਲੈ ਕੇ 1835। ਤਾਂ ਓਬਵੀਅਸ ਜੀ ਗੱਲ ਹੈ ਵੀ ਕਿਉਂਕਿ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਇਹੀ ਸੀਗੇ, ਤਾਂ ਇਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਇਹ ਆਫਿਸ ਕ੍ਰੀਏਟ ਹੋਏਗਾ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਮੈਨੂੰ ਈਅਰ ਮੈਚ ਹੋ ਰਿਹਾ, ਉਹ ਹੈਗਾ ਚਾਰਟਰ ਐਕਟ ਆਫ 1833। ਤਾਂ ਬਿਲਕੁਲ ਆਨਸਰ ਇਹੀ ਆਏਗਾ ਰਾਜੇ ਕਿ ਇਸ ਐਕਟ ਦੇ ਨਾਲ ਆਪਣੀ ਜਿਹੜੀ ਕੀ ਹੈ, ਪਹਿਲਾਂ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹਨੂੰ ਹੁਣ ਬ੍ਰਿਟਿਸ਼ ਸਰਕਾਰ ਨੇ ਗਵਰਨਰ ਜਨਰਲ ਆਫ ਇੰਡੀਆ ਬਣਾਤਾ ਜੀ। ਠੀਕ ਹੈ ਜੀ, ਇੰਪੋਰਟੈਂਟ ਹੈ ਇਹ। ਤਾਂ ਪਹਿਲੇ ਗਵਰਨਰ ਜਨਰਲ ਇੰਡੀਆ ਆਪਣੇ ਕੌਣ ਸੀ ਬੱਚੇ, ਵਿਲੀਅਮ ਬੈਂਟਿਕ। ਇਹਨਾਂ ਵਾਸਤੇ ਕੀ ਫੇਮਸ ਹੈ ਬੱਚੇ, ਇਹਨਾਂ ਨੇ ਕੀ ਸੀ, ਸਤੀ ਪ੍ਰਥਾ ਬੈਨ ਕੀਤੀ ਸੀਗੀ। 1829 ਦੇ ਵਿੱਚ ਇਹਨਾਂ ਨੇ ਸਤੀ ਪ੍ਰਥਾ ਬੈਨ ਕਰਤੀ ਸੀ। ਠੀਕ ਹੈ ਜੀ, ਸਤੀ ਪ੍ਰੋਹਿਬਿਸ਼ਨ ਐਕਟ ਦੇ ਨਾਲ। ਚਲੋ, ਥਰੂ ਵਿਚ ਆਫ ਦ ਫੋਲੋਇੰਗ ਡਿਡ ਬ੍ਰਿਟਿਸ਼ਰਸ ਐਕਸੈਪਟ ਦ ਡਿਮਾਂਡ ਫॉर ਕੌਨਸਟੀਟਿਊਐਂਟ ਅਸੈਂਬਲੀ। ਇਹਨਾਂ ਸਾਰੇ ਲਾਜ਼ ਦੇ ਵਿੱਚੋਂ ਕਿਹੜੇ ਲਾਅ ਦੇ ਨਾਲ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨਾਂ ਨੇ ਆਪਣੀ ਕੌਨਸਟੀਟਿਊਐਂਟ ਅਸੈਂਬਲੀ ਜਿਹੜੀ ਮੰਗ ਸੀ ਉਹ ਮੰਨੀ ਸੀ, ਕੁਛ ਹੱਦ ਤੱਕ ਮੰਨੀ ਸੀ ਬੇਸਿਕਲੀ। ਠੀਕ ਹੈ, ਤਾਂ ਇਹਦਾ ਆਨਸਰ ਆਏਗਾ ਬੱਚੇ, ਤੁਹਾਨੂੰ ਪਤਾ ਹੋਏਗਾ, ਅਗਸਟ ਆਫਰ ਆਫ 1940। ਕੀ ਮਤਲਬ ਸੀ ਰਾਜੇ, ਦੇਖੋ ਆਪਾਂ 1934 ਤੋਂ ਆਪਣੇ ਸਟਾਰਟ ਕਰਦੀ ਸੀ ਮੰਗ ਇਹ। ਆਪਣੇ MN ਰੋਏ ਸਾਹਿਬ ਸੀਗੇ ਜਿਹੜੇ ਕਮਿਊਨਿਸਟ ਪਾਰਟੀ ਦੇ ਲੀਡਰ ਸੀਗੇ ਇੱਕ, ਤਾਂ ਸਭ ਤੋਂ ਪਹਿਲਾਂ ਮੰਗ ਇਹਨਾਂ ਨੇ ਰੱਖੀ ਸੀ
इस संविधानिक असैंबली की भी जी कि अगे जाके साडा संविधान बना सके। ठीक है, फिर उस तो बाद चो कांग्रेस ने भी की है फॉर्मली मंग रखती सी तो अगे जाके 1940 के इन प्रिंसीपल जी की डिमांड मनी सी भी हाँ कुछ हद तक मनी सी भी हाँ शायद असी थोनों ये असैंबली बनवा के दे दिए। वो कारण की सी क्योंकि राजे वर्ल्ड वॉर 1 जी वर्ल्ड वॉर 2 सी वो स्टार्ट हो चुकी सी। ठीक है, 1939 के स्टार्ट हो चुकी सी और हुण अंग्रेज़ सरकार की चाहती सी अपने इंडियंस की पार्टिसिपेशन चाहती सी तो थोड़ी जी हुण आपां नूं अपणियां मंगां की ही पूरीआं होण लग स्टार्ट हो गई सीगियां। बट ये अगस्त ऑफर इन्ना क एम्प्टी सीगा, इन्ना क मतलब एक डैड लैटर सीगा कि साडे जिहड़े इंडियन लीडर सीगे कांग्रेस के लीडर से इन्होंने बिल्कुल ही बर्खास्त करती भी नहीं ये तो हुण जिहड़ी चीज़ तुसीं सानूं दे रहे हो ये एक्चुअली डोमीनियन स्टेटस सानूं दे रहे थे बट डोमीनियन स्टेटस असीं बहुत पिछे छड़ चुके हैं। ठीक है जी, आपां बल्कि लाहौर सैशन बच्चे करके आए 1929 वाला उदों असीं फुल इंडिपेंडेंस पूर्ण स्वराज की आपां गल करन लगे सीगे। ठीक है, पूर्ण स्वराज सी तो हुण जिहड़ा की है डोमीनियन स्टेटस तक किते दूर गया वो तो तुसीं छड्ड दो गल्लां तो ਆਪਾਂ ने इन्होंने ठुकराता सी बजे अगस्त ऑफर ਨੂੰ ਤੇ ਅਸੀਂ ਕੀ ਸਟਾਰਟ ਕੀਤਾ ਤੋਂ ਬਾਅਦ ਚ ਅਸੀਂ ਸਟਾर्ट ਕੀਤਾ ਬੱਚੇ इंडिविजुअल सत्याग्रह। ठीक है, इंडिविजुअल सत्याग्रह या फिर लिमिटेड सत्याग्रह किने स्टार्ट किया बच्चे महात्मा गांधी ने कदों बेसिकली 1940 ਦੇ ਵਿੱਚ ਹੀ। ठीक है, 1940 ਦੇ ਵਿੱਚ ਅਸੀਂ ਇਹ इंडिविजुअल सत्याग्रह ਜਿਹੜਾ ਸਟਾਰਟ ਕੀਤਾ ਜਿਹਨੂੰ ਅਸੀਂ लिमिटेड सत्याग्रह भी ਕਹਿ ਦਿੰਦੇ ਹਾਂ। ठीक है, ਤੇ ਪਹਿਲੇ ਜਿਹੜੇ ਸੱਤਿਆਗ੍ਰਹੀ ਸੀ ਉਹਦੇ ਵਿੱਚ ਕੌਣ ਸੀ ਬੱਚੇ ਉਹ विनोबा भावे, आचार्य विनोबा भावे। दूसरे कौन सी राजे अपने नेहरू साहब जवाहर लाल नेहरू। ठीक है जी, इंपॉर्टेंट ने सारे पॉइंट जो मैं दस रहा थोनों। ठीक है बच्चे, क्रिप्स प्रपोजल ओबवियसली 1942 ਦੇ ਵਿੱਚ ਆਇਆ ਸੀਗਾ ਜਦੋਂ क्रिप्स प्रपोजल राजे ਅਸੀਂ ਸਾਨੂੰ स्वीकार नहीं सी ਅਸੀਂ फिर की लॉन्च किया उस बाद क्विट इंडिया मूवमेंट क्विट इंडिया अगस्त 8-9 अगस्त ਨੂੰ ਆਪਾਂ ਨੇ ਜਿਹੜਾ ਕਿ क्विट इंडिया ਦੀ मूवमेंट ਦੀ ਰੈਜ਼ੋਲੂਸ਼ਨ ਜਿਹੜੀ ਪਾਸ ਕੀਤੀ ਸੀਗੀ ਮੁੰਬਈ ਦੇ ਵਿੱਚ ਬੰਬੇ ਦੇ ਵਿੱਚ। ठीक है जी, चलो ये थोड़ा ये तो डिफरेंट सी वेबल प्लान तो गवर्नमेंट ऑफ इंडिया एक्ट 1930 आपको काफ़ी कुछ पता है। ठीक है बच्चे, तो यदा आंसर आना सी अगस्त ऑफर 1940 का। ठीक है जी, ड्यूरिंग क्विट इंडिया मूवमेंट इन मैनी पार्ट्स ऑफ इंडिया पैरल गवर्नमेंट्स वर एस्टैबलिश्ड। राजे जी क्विट इंडिया मूवमेंट अपनी 1942 की हैगी है। ठीक है, तो उस मूवमेंट के दौरान थोड़ा पता होगा बच्चे ये मूवमेंट बिल्कुल ही लीडरलैस मूवमेंट सी। ठीक है, जो ही असी रैजोल्यूशन पास की बच्चे 8 अगस्त को कि हाँ असी की मूवमेंट स्टार्ट कर रहे हैं 9 अगस्त की सुबह ਨੂੰ बच्चे जो हले सवेर होई भी नहीं सी तो सारे सारे जो मेन स्ट्रीम लीडर से कांग्रेस के उन्होंने अरैसट कर लिया गया सीगा, तो उन्होंने बंदी बना लिया सी, मतलब जेल के पाता सीगा। तो ये जी मूवमेंट से बच्चे बिल्कुल ही लीडरलैस सी और बिल्कुल ही जोड़े आम लोगों ने इन्हों की है लीड किया। ठीक है, जोड़े होर लीडर से जोड़े कदे अगे नहीं आए सी फोरफ्रंट से नहीं आए सी फिर उन्होंने लीड किया चीज़ों या लोगों ने आप ही जोड़ा की है मूवमेंट को कैरी ओवर किया। तो उस प्रोसैस के बच्चे कई जोड़े जगहों पर कुछ लोगों ने जी अपनिया एक इंडिपेंडेंस डिकलेयर करते भी हाँ साडा इलाका तो इंडिपेंडेंट है जी असीं हुण अपनी सरकार बनावांगे तो डिफरेंट उन्होंने पैरल गवर्नमेंट्स बनानी स्टार्ट करते सी। तो ये तो बिल्कुल ठीक है पॉइंट। ठीक है, ताकि पूछ रहे विच द फॉलोइंग अबव स्टेटमेंट्स आर करेक्ट। हाँ जी, ये तो करेक्ट हैगी है। सैकेंड, इन बलिया अंडर लीडरशिप ऑफ चिट्टू पांडे पैरल गवर्नमेंट वॉज एस्टैबलिश्ड। ये भी बिल्कुल बिल्कुल ठीक है बच्चे। ठीक है, बलिया के यूपी के चिट्टू पंडे ने की किया राजे पैरल गवर्नमेंट एस्टैबलिश की। तो दोनों ही स्टेटमेंट्स बिल्कुल ठीक ने, सी आंसर आएगा। बलिया तो अलावा बच्चे होर कित्थे कित्थे हुई सी सतारा दे विच हुई सी ते हुई सी तामलुक दे विच। तामलुक कित्थे हैगा बंगाल दे विच, सतारा कित्थे महाराष्ट्र दे विच। सतारा दे विच की जिहड़ी गवर्नमेंट सी बच्चे उहनूं की कहंदे आपां प्रांतीय सरकार, प्रांतीय गवर्नमेंट या फिर प्रांतीय सरकार कह सकते हो तुसीं। ठीक है, जी तामलुक के सी बच्चे उन्होंने की कहांगे आप जातीय सरकार, जातीय सरकार। देखो बच्चे कई इन्हों दोनों के कन्फ्यूजन होंगी है कि आप इंडिपेंडेंट नाम तो याद रहते हैं बट आप कन्फ्यूज़ कर देना भी कि तामलुक कितने सी ते सतारा कि सी। तो तुम अज तो बाद नहीं भूलना वह किमें ट्रिक दस रहा मैं। देखो सतारा का आप तारा लवेंगे। ठीक है, स्टार या फिर सीधे ही स्टार याद कर सकते या फिर तारा याद कर सकते हो। तो इतने आगा बच्चे राती, राती तो अपन राती लै लिया। ठीक है, तो राती ही जोड़ा होंगे अपन तारे दिखते हैं। ठीक है, तो आप करेंगे सतारा के प्रांतीय सरकार। ठीक है, जोड़ा रह गया बच्चे तामलुक के जातीय सरकार। ठीक है जी, चलो विच अमंग द फॉलोइंग रिबेलियंस इज़ रिलेटेड टू सिद्धू एंड कानू। ठीक है बच्चे, इन्हों के लीडर से बेसिकली दो भरा से जिन्होंने कि अंग्रेज़ों के खिलाफ एक रिवोल्ट किया। तो किहड़े रिवोल्ट के पार्टिसिपेंट्स ही पूछ रहे बेसिकली। तो आंसर आएगा बच्चे सी संथाल रिबेलियन 1855 के जो संथाल रिबेलियन से बच्चे बेसिकली बिहार वाले रीजन के राजमहल हिल्स अपनी आंदियां नहीं तुसीं जियोग्राफी के पढ़ते होगे है ना। राजमहल हिल्स
ਛੋਟਾ ਨਾਗਪੁਰ ਪਲੇਟਿਊ ਹੈ, ਇੱਥੇ ਰਾਜ ਮਹਿਲ ਹਿਲਸ ਨੇਗੀਆਂ, ਠੀਕ ਹੈ। ਤਾਂ ਇਹ ਜਿਹੜੇ ਬਿਹਾਰ ਵਾਲਾ ਇਲਾਕਾ ਰਾਜੇ, ਠੀਕ ਹੈ, ਬਿਹਾਰ ਝਾਰਖੰਡ ਵਾਲਾ ਇਲਾਕਾ, ਉੱਥੋਂ ਜਿਹੜਾ ਇਹ ਸੰਥਾਲ ਰਿਬੈਲੀਅਨ ਹੋਇਆ ਸੀਗਾ, ਅਤੇ ਉਹਨਾਂ ਦੇ ਹੀ ਦੋ ਲੀਡਰ ਸੀਗੇ, ਸਿੱਧੂ ਅਤੇ ਕਾਨੂ। ਇਹ ਆਪਸ ਦੇ ਵਿੱਚ ਦੋਨੋਂ ਭਰਾ ਸੀਗੇ, ਠੀਕ ਹੈ ਬੱਚੇ। ਤਾਂ ਸਾਰੇ ਹੀ ਜਿਹੜੇ ਰਿਬੈਲੀਅਨਸ ਨੇ ਕਾਫੀ ਇੰਪੋਰਟੈਂਟ ਨੇ, ਜਿਹੜੇ ਕਿ ਆਪਾਂ ਅੰਗਰੇਜ਼ਾਂ ਦੇ ਖਿਲਾਫ ਆਪਣੇ ਡਿਫਰੈਂਟ ਲੋਕਾਂ ਨੇ ਲੜੇ ਸੀਗੇ। ਹੋਰ ਵੀ ਦੇਖ ਲੈਣਾ ਬੱਚੇ, ਜਿਹੜਾ ਪਾਈਕਾ ਰਿਬੈਲੀਅਨ ਸੀ, ਪਹਿਲਾਂ ਤਾਂ ਇਹਨਾਂ ਦੀ ਡੇਟਸ ਵੀ ਕਾਫੀ ਇੰਪੋਰਟੈਂਟ ਨੇ 1817 ਦੇ ਵਿੱਚ। ਪਿੱਛੇ ਜੇ ਰਾਜੇ ਆਪਾਂ ਨੇ ਇਸ ਪਾਈਕਾ ਰਿਬੈਲੀਅਨ ਨੂੰ ਇੱਕ ਆਪਣੀ ਦੇਸ਼ ਦੀ ਪਹਿਲੀ ਲੜਾਈ ਦੇ ਤੌਰ 'ਤੇ ਹੀ ਐਕਸੈਪਟ ਕੀਤਾ। ਭਾਰਤ ਸਰਕਾਰ ਨੇ ਪਾਈਕਾ ਰਿਬੈਲੀਅਨ ਨੂੰ ਇੱਕ ਦੇਸ਼ ਦੀ ਪਹਿਲੀ ਲੜਾਈ ਦੇ ਤੌਰ 'ਤੇ ਵੀ ਐਕਸੈਪਟ ਕੀਤਾ ਹੈਗਾ, ਠੀਕ ਹੈ। ਚਲੋ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਠੀਕ ਹੈ। ਹਾਂ, ਪਾਈਕਾ ਰਿਬੈਲੀਅਨ ਬੱਚੇ ਕੀ ਸੀ ਬੇਸਿਕਲੀ? ਪਾਈਕਾਸ ਕੌਣ ਸੀਗੇ? ਇੱਕ ਤਰ੍ਹਾਂ ਦੇ ਰਾਜੇ ਮਿਲੀਸ਼ੀਆਜ਼ ਸੀਗੇ, ਠੀਕ ਹੈ। ਉੜੀਸਾ ਦੇ ਵਿੱਚ ਬੇਸਿਕਲੀ ਸੀਗਾ ਇਹ, ਉੜੀਸਾ ਅਤੇ ਖੁਰਦਾ ਕਰਕੇ ਜਗ੍ਹਾ ਸੀ ਇੱਕ, ਰਾਜਾ ਆਫ ਖੁਰਦਾ ਸੀ ਇੱਕ ਉੜੀਸਾ ਦੇ ਵਿੱਚ। ਤਾਂ ਇਸ ਰਾਜਾ ਨੂੰ ਬੱਚੇ ਅੰਗਰੇਜ਼ ਸਰਕਾਰ ਨੇ ਕੀ ਕੀਤਾ, ਆਪਣੇ ਗੱਦੀ ਤੋਂ ਉੱਪਰੋਂ ਹਟਾਤਾ, ਠੀਕ ਹੈ। ਹੁਣ ਇਸ ਰਾਜੇ ਦੇ ਐਮਪਲੋਇਮੈਂਟ ਦੇ ਵਿੱਚ ਜਿਹੜੇ ਕੋਈ ਇਹਦੇ ਹੋਰ ਬੱਚੇ ਸਿਪਾਹੀ ਵਗੈਰਾ ਸੀਗੇ, ਮਿਲੀਸ਼ੀਆਜ਼ ਸੀਗੇ, ਉਹ ਵੀ ਜਦੋਂ ਇਹ ਆਪ ਗੱਦੀ ਦੇ ਉੱਪਰ ਨਹੀਂ ਰਿਹਾ, ਤਾਂ ਜਿਹੜੇ ਇਹਦੇ ਇੰਪਲੋਈਜ਼ ਸੀਗੇ ਉਹ ਵੀ ਜਿਹੜੇ ਕੀ ਸੀ, ਬੇਰੁਜ਼ਗਾਰ ਹੋ ਗਏ ਸੀਗੇ, ਠੀਕ ਹੈ। ਅਤੇ ਪਾਈਕਾਸ ਵੀ ਇਹਦੇ ਕੀ ਸੀ ਰਾਜੇ, ਇੰਪਲੋਈਜ਼ ਸੀਗੇ, ਬੇਸਿਕਲੀ ਮਿਲਟਰੀ ਮੈਨ ਸੀ ਇੱਕ ਤਰ੍ਹਾਂ ਦੇ, ਮਿਲੀਸ਼ੀਆਜ਼ ਸੀਗੇ, ਠੀਕ ਹੈ, ਜਿਹੜੇ ਕਿ ਮਤਲਬ ਜਦੋਂ ਵੀ ਜੰਗ ਵਗੈਰਾ ਲੜਦਾ ਸੀ ਤਾਂ ਇਹ ਜਿਹੜੇ ਪਾਈਕਾ ਸੀ ਇਹਦਾ ਸਾਥ ਦਿੰਦੇ ਸੀਗੇ, ਠੀਕ ਹੈ। ਤਾਂ ਹੁਣ ਜਦੋਂ ਆਪ ਰਾਜਾ ਨਹੀਂ ਰਿਹਾ ਤਾਂ ਫਿਰ ਪਾਈਕਾਸ ਵੀ ਜਿਹੜੇ ਕੀ ਨੇ, ਅਨਐਮਪਲੋਇਡ ਹੋ ਗਏ। ਤਾਂ ਇਸ ਕਰਕੇ ਇਹਨਾਂ ਨੇ ਬੱਚੇ ਕੀ ਕੀਤਾ, ਕਿਉਂਕਿ ਖੁਦ ਹੀ ਅਨਐਮਪਲੋਇਡ ਹੋ ਗਏ ਅੰਗਰੇਜ਼ਾਂ ਕਰਕੇ, ਤਾਂ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕੀਤਾ, ਉਹਨੂੰ ਆਪਾਂ ਕਹਿੰਦੇ ਹਾਂ ਪਾਈਕਾ ਰਿਬੈਲੀਅਨ, ਠੀਕ ਹੈ ਜੀ। ਕੋਲ ਮਿਊਟਨੀ ਵੀ ਰਾਜੇ ਤੁਹਾਨੂੰ ਪਤਾ ਹੋਏਗੀ, ਠੀਕ ਹੈ। ਇਹਦੇ ਇੱਕ ਲੀਡਰ ਫੇਮਸ ਨੇਗੇ, ਕੌਣ ਹੈ? ਬੁੱਢੋ ਭਗਤ। ਬੁੱਢੋ ਭਗਤ ਇੱਕ ਫੇਮਸ ਲੀਡਰ ਨੇ ਕੋਲ ਮਿਊਟਨੀ ਦੇ। ਮੁੰਡਾ ਰਿਬੈਲੀਅਨ ਕਾਫੀ ਇੰਪੋਰਟੈਂਟ ਹੈ ਬੱਚੇ। ਬਿਰਸਾ ਮੁੰਡਾ ਇਹਦੇ ਇੱਕ ਇੰਪੋਰਟੈਂਟ ਪਾਰਟੀਸਪੈਂਟਸ ਨੇ, ਤੁਸੀਂ ਨਾਮ ਸੁਣਿਆ ਹੋਊਗਾ ਅਕਸਰ, ਬਿਰਸਾ ਮੁੰਡਾ। ਅਗਰ ਤੁਸੀਂ ਕਦੇ ਝਾਰਖੰਡ ਗਏ ਹੋਗੇ ਬੱਚੇ, ਤੁਹਾਨੂੰ ਜਗ੍ਹਾ 'ਤੇ ਬਿਰਸਾ ਮੁੰਡਾ ਦੇ ਜਿਹੜੇ ਕੀ ਨੇ ਸਟੈਚੂਸ ਦਿਖਣਗੇ, ਠੀਕ ਹੈ। ਬੱਸ ਸਟਾਪ, ਰੇਲਵੇ ਸਟੇਸ਼ਨ, ਹਰ ਜਗ੍ਹਾ ਬਿਰਸਾ ਮੁੰਡਾ ਦੇ ਸਟੈਚੂਸ ਲੱਗੇ ਹੋਏ ਨੇਗੇ ਕਾਫੀ ਹਾਲੇ ਵੀ, ਔਰ ਉਹ ਵੀ ਚੇਨਸ ਦੇ ਵਿੱਚ, ਮਤਲਬ ਬੰਦੀ ਬਣਾਏ ਹੋਏ ਸਟੈਚੂ, ਠੀਕ ਹੈ। ਵੀ ਬਿਰਸਾ ਮੁੰਡਾ ਨੂੰ ਬੰਦੀ ਬਣਾਇਆ ਹੋਇਆ, ਇਹੋ ਜਿਹੇ ਸਟੈਚੂਸ ਮਿਲਦੇ ਨੇ, ਠੀਕ ਹੈ ਜੀ। ਤਾਂ ਇਹਨਾਂ ਨੂੰ ਰਾਜੇ ਇੱਕ ਹੋਰ ਵੀ ਨਾਮ ਦਿੱਤਾ ਜਾਂਦਾ ਇਸ ਮੁੰਡਾ ਰਿਬੈਲੀਅਨ ਨੂੰ, ਉਹਦਾ ਨਾਮ ਕੀ ਹੈ ਰਾਜੇ? ਉਲਗੁਲਾਨ ਅਪਰਾਈਜ਼ਿੰਗ, ਠੀਕ ਹੈ। ਬਹੁਤ ਇੰਪੋਰਟੈਂਟ ਹੈ। ਈਵਨ ਕਿ ਆਈ ਥਿੰਕ 2020 ਦੇ ਵਿੱਚ UPSC ਦੇ ਵਿੱਚ ਵੀ ਇਹ ਸਵਾਲ ਆ ਚੁੱਕਿਆ ਹੈਗਾ ਕਿ ਉਲਗੁਲਾਨ ਅਪਰਾਈਜ਼ਿੰਗ ਆਪਾਂ ਕਿਸ ਨੂੰ ਕਹਿੰਦੇ ਹਾਂ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਬੱਚੇ ਮੁੰਡਾ ਰਿਬੈਲੀਅਨ ਨੂੰ, ਠੀਕ ਹੈ। ਸੇਮ ਥਿੰਗ ਨੇ ਦੋਨੋਂ। ਚਲੋ, ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਡਿਸਕਸ ਕਰ ਰਹੇ ਹਾਂ ਬੱਚੇ, ਕੋਈ ਵੀ ਫਾਲਤੂ ਚੀਜ਼ ਆਪਾਂ ਡਿਸਕਸ ਕਰ ਹੀ ਨਹੀਂ ਰਹੇ ਹੈਗੇ, ਠੀਕ ਹੈ। ਤਾਂ ਜਿਹੜੀ ਵੀ ਚੀਜ਼ ਤੁਹਾਨੂੰ ਲੱਗਦਾ ਵੀ ਤੁਹਾਨੂੰ ਨਹੀਂ ਪਤਾ ਸੀ, ਉਹ ਪਲੀਜ਼ ਨੋਟ ਡਾਊਨ ਕਰ ਲਿਆ ਕਰੋ। ਔਰ ਅਗਰ ਵੀਡੀਓ ਅੱਛੀ ਲੱਗਦੀ ਹੈ ਬੱਚੇ, ਸ਼ੇਅਰਸ ਅਤੇ ਲਾਈਕ ਪਲੀਜ਼ ਕਰ ਦਿਆ ਕਰੋ, ਠੀਕ ਹੈ। ਥੋੜੀ ਮਤਲਬ ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ। ਚਲੋ ਕੋਈ ਗੱਲ ਨਹੀਂ। ਫਸਟ ਬੁੱਧਿਸਟ ਕਾਊਂਸਲ ਨੂੰ ਪੁੱਛ ਰਿਹਾ ਬੱਚੇ, ਡਿਫਰੈਂਟ ਆਪਾਂ ਨੂੰ ਪਤਾ 4 ਆਪਣੀਆਂ ਮੇਨ ਬੁੱਧਿਸਟ ਕਾਊਂਸਲਸ ਹੋਈਆਂ ਨੇਗੀਆਂ ਏਂਸ਼ੀਅੰਟ ਹਿਸਟਰੀ ਦੇ ਵਿੱਚ, ਠੀਕ ਹੈ, ਏਂਸ਼ੀਅੰਟ ਇੰਡੀਆ ਦੇ ਵਿੱਚ। ਤਾਂ ਪੁੱਛ ਰਿਹਾ ਉਹਨਾਂ ਦੀ ਵੈਨਿਊਜ਼ ਕਿਹੜੇ ਸੀਗੇ, ਪਹਿਲੀ ਕਦੋਂ ਸੀ, ਕਿੱਥੇ ਸੀਗੀ, ਸੈਕਿੰਡ ਕਿੱਥੇ ਸੀ, ਥਰਡ, ਫੋਰਥ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਬੁੱਧਿਸਟ ਕਾਊਂਸਲ ਦੇ ਸਾਰੇ ਹੀ ਜਿਹੜੇ ਕੁਐਸਚਨਸ ਨੇ ਕਾਫੀ ਇੰਪੋਰਟੈਂਟ ਨੇਗੇ, ਕਿੱਥੇ ਹੋਏ, ਕਿ ਕਦੋਂ ਹੋਏ, ਕੌਣ ਉਹਦਾ ਪੈਟਰਨ ਸੀ, ਕੌਣ ਉਹਦਾ ਜਿਹੜਾ ਸੀ ਬੱਚੇ ਚੇਅਰਮੈਨ ਸੀਗਾ ਉਸ ਕਾਊਂਸਲ ਦਾ, ਠੀਕ ਹੈ। ਅਤੇ ਪਹਿਲੀ ਕਾਊਂਸਲ ਕਦੋਂ ਹੋਈ ਰਾਜੇ? ਉਸ ਸਾਲ ਦੇ ਵਿੱਚ ਹੋਈ ਜਦੋਂ ਕਿ ਬੁੱਧਾ ਦੀ ਡੈਥ ਹੋਈ ਆ, 483 BC, ਠੀਕ ਹੈ। ਇਸੇ ਸਾਲ ਦੇ ਵਿੱਚ ਬੁੱਧਾ ਦੀ ਡੈਥ ਹੋਈ ਸੀਗੀ। ਬਰਥ ਕਦੋਂ ਹੋਇਆ ਸੀ? 563 BC ਮਹਾਤਮਾ ਬੁੱਧ ਦਾ, ਠੀਕ ਹੈ। ਤਾਂ ਇਸ ਸਾਲ ਦੇ ਵਿੱਚ ਡੈਥ ਹੋਈ ਸੀ ਬੱਚੇ, ਠੀਕ ਹੈ। ਤਾਂ ਕਿੱਥੇ ਹੋਈ ਸੀ ਬੱਚੇ ਇਹ ਜਿਹੜੀ ਕਾਊਂਸਲ ਸੀ, ਇਹ ਹੋਈ ਸੀ ਰਾਜਗ੍ਰਿਹਾ ਦੇ ਵਿੱਚ, ਠੀਕ ਹੈ। ਤਾਂ ਆਪਾਂ ਮੈਚ ਕਰਕੇ ਚੱਲਦੇ ਹਾਂ ਨਾਲ A ਦਾ 3 ਹੈਗਾ, ਠੀਕ ਹੈ। ਤਾਂ C ਹੋ ਸਕਦਾ, D ਹੋ ਸਕਦਾ, B ਨਹੀਂ ਹੋ ਸਕਦਾ, ਔਰ A ਵੀ ਨਹੀਂ ਹੋ ਸਕਦਾ, ਠੀਕ ਹੈ। ਹਮੇਸ਼ਾ ਇੱਦਾਂ ਹੀ ਐਲੀਮੀਨੇਸ਼ਨ ਨਾਲ ਕਰਨਾ ਹੁੰਦਾ ਪਾਣੀ। ਸੈਕਿੰਡ ਬੁੱਧਿਸਟ ਕਾਊਂਸਲ ਬੱਚੇ, ਤਾਂ ਪਹਿਲੀ ਗੱਲ ਇਹ ਜਿਹੜੀ ਫਸਟ ਸੀ ਰਾਜੇ ਕਿਹਦੇ ਅੰਡਰ ਸੀਗੀ? ਇਹ ਫਸਟ ਬੁੱਧਿਸਟ ਕਾਊਂਸਲ ਇਹ ਸੀਗੀ ਰਾਜੇ ਆਪਣੀ ਅਜਾਤ ਸ਼ਤਰੂ, ਮਗਧ ਦਾ ਰੂਲਰ ਸੀ ਜਿਹੜਾ ਅਜਾਤ ਸ਼ਤਰੂ, ਠੀਕ ਹੈ ਜੀ। ਸੈਕਿੰਡ ਬੁੱਧਿਸਟ ਕਾਊਂਸਲ ਬੱਚੇ ਆਪਣੀ ਹੋਈ ਹੈ ਅਗਲੇ 100 ਸਾਲ ਬਾਅਦ 383 BC। ਕਿਹਦੇ ਅੰਡਰ ਹੋਈ ਹੈ ਰਾਜੇ ਇਹ? ਕਲਾਸ਼ੋਕ, ਸ਼ਿਸ਼ੂ ਗੰਗਾ ਡਾਇਨੈਸਟੀ ਦਾ। ਅਗੇਨ ਮਗਧ ਦਾ ਹੀ ਰੂਲਰ ਹੈ ਇਹ, ਠੀਕ ਹੈ। ਕਲਾਸ਼ੋਕ ਡਾਇਨੈਸਟੀ ਚੇਂਜ ਹੋ ਗਈ। ਤਾਂ ਇਹ ਜਿਹੜੀ ਰਾਜੀ ਕਾਊਂਸਲ ਹੋਈ ਹੈ ਵੈਸ਼ਾਲੀ ਦੇ ਵਿੱਚ। ਤਾਂ B ਦਾ ਆਏਗਾ 1, B ਦਾ 1, ਤਾਂ ਆਪਣਾ ਆਨਸਰ ਬੱਚੇ D ਬਣਦਾ ਹੈਗਾ, ਠੀਕ ਹੈ। ਬਾਕੀ ਵੀ ਆਪਾਂ ਡਿਸਕਸ ਕਰਦੇ ਹਾਂ। ਥਰਡ ਬੁੱਧਿਸਟ ਕਾਊਂਸਲ ਰਾਜੀ ਕਦੋਂ ਹੋਈ ਸੀਗੀ? 250 BC ਦੇ ਵਿੱਚ, 250 BC। ਇਹ ਤਾਂ ਬਹੁਤ ਇੰਪੋਰਟੈਂਟ ਹੈ। ਅਸ਼ੋਕ ਸਮਰਾਟ, ਅਸ਼ੋਕ ਦੇ ਪੈਟਰਨੇਜ ਦੇ ਅੰਡਰ ਹੋਈ ਸੀਗੀ, ਔਰ ਪਾਟਲੀਪੁੱਤਰ ਦੇ ਵਿੱਚ ਹੋਈ ਸੀਗੀ। ਤਾਂ C4 ਵੀ ਮੈਚ ਹੋ ਗਿਆ ਬੱਚੇ। ਫੋਰਥ ਬੁੱਧਿਸਟ ਕਾਊਂਸਲ ਬੱਚੇ ਆਪਣੀ 98 AD ਦੇ ਵਿੱਚ ਹੋਈ ਹੈਗੀ। ਕੌਣ ਸੀ ਇੱਥੇ? ਕਨਿਸ਼ਕ ਸੀਗੇ, ਕਨਿਸ਼ਕ ਮਹਾਰਾਜ ਸੀਗੇ, ਠੀਕ ਹੈ। ਔਰ ਇਹ ਕਸ਼ਮੀਰ ਕੁੰਡਲਵਨ ਦੇ ਵਿੱਚ ਹੋਈ ਸੀਗੀ। ਤਾਂ D ਤਾਂ 2 ਵੀ ਮੈਚ ਹੋ ਗਿਆ, ਠੀਕ ਹੈ। ਸਾਰੇ ਦੇ ਸਾਰੇ ਈਅਰ, ਸਾਰੇ ਦੇ ਸਾਰੇ ਜਿਹੜੇ ਰੂਲਰ ਸੀ ਉਹ ਇੰਪੋਰਟੈਂਟ ਨੇਗੇ, ਠੀਕ ਹੈ ਬੱਚੇ। ਹੋਰ ਇਹਦੇ ਵਿੱਚ ਕੀ ਦੱਸਣ ਵਾਲਾ, ਦੇਖੋ ਇੱਕ ਟ੍ਰਿਕ ਬਣਦੀ ਹੈ। ਦੇਖੋ ਅਜਾਤ ਸ਼ਤਰੂ ਦਾ A, ਕਲਾਸ਼ੋਕ ਦਾ K, ਅਸ਼ੋਕ ਦਾ A, ਕਨਿਸ਼ਕ ਦਾ K, AK, ਠੀਕ ਹੈ। ਤਾਂ ਇਹ ਵੀ ਯਾਦ ਰੱਖਣਾ ਤੁਸੀਂ, AK, AK।
फर्स्ट सैकेंड थर्ड फोर्थ जी बुद्धिस्ट काउंसिल है और उन्होंने पैटर्नस ने। ठीक है चलो द बुद्धिस्ट लिटरेचर अंगुत्तरा निकाया बहुत बहुत इंपॉर्टेंट टैक्सट है बच्चे ये एक बुद्धिस्ट लिटरेचर है बुद्धिस्ट का टैक्सट है एक। ठीक है इस टैक्सट के सानू पता लगता बच्चे कि साढ़े एंशियंट हिस्टरी के 16 महाजनपदात से। ठीक है आपको पता है कि 16 महाजनपदात से अपने एंशियंट हिस्टरी के तो वो इस टैक्सट तो पता लगता अपन। ठीक है तो यह टैक्सट तो क्वेश्चन ये भी आ सकता है भी कि टैक्सट तो सूँ पता लगता कि हाँ 16 महाजनपदात से तो आंसर आएगा अंगुत्तरा निकाया। तो अपना क्वेश्चन इत्थे ही बन गया पहली गल तो। चलो हुण आप हुण वाले क्वेश्चन के अगेन बनते हैं विच द फॉलोइंग इज सिचुएटेड इन ईस्टर्न इंडिया। तो इन्होंने 16 महाजनपदात के किहड़े जिहड़े ईस्टर्न इंडिया ने। ठीक है तो बच्चे सब तो पहले तो मैं एलिमिनेट 1 नूं करूँगा क्योंकि कंबोज तो गांधार ये तो बिल्कुल नॉर्थ वैस्ट के ने। ठीक है तो बहुत ही ईजीली एलिमिनेट हो जाऊगा कंबोज तो। ठीक है कंबोज तो गांधार जिहड़े कि नॉर्थ वैस्ट के ने तो जिहदे 1 है वो तो मैं पहले ही एलिमिनेट कर रहा। आंसर होगा बी तो सी होगा। ठीक है हुण बी तो सी भी 3 तो 4 तो कॉमन ने बच्चे। ठीक है तो हुण मैं सिर्फ मैंने देखना कि 5 ते 2 के कौन आऊगा ये देखना सिर्फ। अगर मैं 2 देखा बच्चे मगध हाँ ये ईस्ट के लग रहा मैंने है। अगर मैं देखा 5 तो बिल्कुल गलत है क्योंकि 5 तो राजे साउथ के आ गया डेकन के आ गया असमागा। ठीक है आप देखते हैं इको एक है जोड़ा कि विंध्यास तो थले है आप नैक्सट वीडियो स्लाइड के देखते हैं तो वो 5th है राजे असमागा गलत होगा तो 2 3 4 बिल्कुल अपना आंसर राजे बी आएगा 2 3 4 मगध वज्जी कन्फेडरेसी ते अंगा डायनेस्टी अंगा महाजनपदा बच्चे। ठीक है वज्जी होगी अंगा हो गया और मगध ये अपने तीनों ही नॉर्थ ईस्टर्न इंडिया के ने। असमाका या असका राजे की है साउथ के डेकन के है विंध्यास तो थले है और जोड़ा कंबोज है बिल्कुल नॉर्थ वैस्ट के। ठीक है तो आंसर अपने को बिल्कुल 2 3 आना सी वज्जी अंगा ते मगध। ठीक है बच्चे 16 के 16 महाजनपदा इंपॉर्टेंट ने। ठीक है तो ये तो देखो काफ़ी इंपॉर्टेंट है ही ने भी हाँ 2 ये नॉर्थ वैस्ट के ने एक साउथ के है डेकन के। ठीक है तो ये तो इंपॉर्टेंट है ही क्या। चलो हाँ फॉरन ट्रैवलर्स ते राजे का केड़ा राजे के पीरियड के फॉरन ट्रैवल इंडिया के आया। ठीक है ईजी क्वेश्चन होना चाहिए देखो जिस तरह के ऑप्शन ने तो क्वेश्चन काफ़ी ईजी बनता है। मेगास्थनीज पता बच्चे अपन कि टाइम पीरियड के आए थे चंद्रगुप्त मौर्य के टाइम के आया। ठीक है तो हर्षवर्धन तो नहीं हो सकता ये तो गलत है पहला ऑप्शन तो नहीं आएगा। कंसीडर द फॉलोइंग पेयर विच अबव पेयर्स आर करेक्टली मैच तो पहला मैच तो नहीं है तो अपना 1 वाला एलिमिनेट कर दिए आप। ठीक है हर्षवर्धन के टाइम के कौन आया बच्चे ह्यून सैंग आया ह्यून सैंग आया। ठीक है जी 7वीं सदी के। हाँ जी फाहियान चंद्रगुप्त टू बिल्कुल ठीक है जी फाहियान अपना जो आया बच्चे चंद्रगुप्त टू विक्रम आदित्य के टाइम के आया जिन्होंने आप विक्रम आदित्य भी कह दें चंद्रगुप्त टू विक्रम आदित्य तो ये तो बिल्कुल ठीक है जी 2 आएगा। चलो 2 तो दोनों के हूँ गल आ जाती 3rd ते थॉमस रो जहाँ नहीं औरंगजेब नहीं बच्चे जहांगीर के टाइम के आया। ठीक है 16 ऑलमोस्ट 16 15 के आया ये। ठीक है तो औरंगजेब का टाइम तो काफ़ी बाद आऊ औरंगजेब तो 1658 तो बाद आऊ मेरे ख्याल 1707 तक है ना 1707 या 6 तक तो जोड़ा राजे थॉमस रो आया वो तो आया जहांगीर के टाइम के। ठीक है जी 1615 तो जहांगीर का टाइम ये ही ऑलमोस्ट 1606 तो लैके 1607 तो लैके 1600 कुछ तक तो 1615 बिल्कुल इस टाइम पीरियड के जहांगीर तो यदा आंसर जहांगीर आऊगा तो और औरंगजेब गलत है। ठीक है जी तो आंसर आएगा बिल्कुल बी 2 ओनली। ठीक है कि जोड़ा फाहियान वो राजे चंद्रगुप्त टू विक्रम आदित्य के टाइम के ही आया। ठीक है बाकी अपने कर ले बच्चे मेगास्थनीज और जोड़े होर भी फॉरन ट्रैवलर्स ने बच्चे वो भी तुम इंपॉर्टेंट कर लो। ठीक है जोड़े अब जिमें अपना मोरक्को तो आया अपना है ना तो ये जोड़े सारे अपने इबन बतूता कह सकते हैं आप। ठीक है या होर भी जोड़े भी मतलब फॉरन ट्रैवलर्स आए उन्होंने तुम एक बार लिस्ट कर लेना किहड़े देश तो आए सी और किहड़े रूलर के टाइम पीरियड के आए। ठीक है तुम एक बार प्लीज़ वो टैली कर लेना। चलो एनवायरमेंटल इंपैक्ट असैसमेंट इज़ अ मैंडेटरी अंडर विच वन ऑफ द फॉलोइंग इंडियन लैजिसलेशनस किहड़े इंडियन लॉ के अंडर बच्चे जी EIA आप करवाने वो की मैंडेटरी है कि EIA बेसिकली किहड़े लॉ के अंडर है बच्चे की हैगी EIA बेसिकली एक है भी मान लो कोई नवा प्रोजैक्ट बन रहा नवी कोई इंडस्ट्री लग रही हैगी। ठीक है तो इस इंडस्ट्री तो लगाने तो पहला बच्चे सानू एक सरकार तो या एक बॉडी तो सानू एक अप्रूवल लेना पेगा कि हाँ जोड़ा असी ये इंडस्ट्री लगा रहे हैं असी ये मिनीमम पोल्यूशन करांगे जिथे सैटअप कर रहे हैं उत्थे ज़्यादा असी हार्मफुल जोड़ा कि हार्म नहीं करते इकोलॉजी में। ठीक है तो सब कुछ असी सस्टेनेबल मैनर के कर रहे हैं। ठीक है
ਤਾਂ ਇਸ ਚੀਜ਼ ਦੇ ਵਿੱਚ ਸਾਰੇ ਜਿਹੜੇ ਇਨਵਾਇਰਮੈਂਟ ਮਿਨਿਸਟਰੀ ਆਪਣੀ ਜਿਹੜੀ ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਕਲਾਈਮੇਟ ਚੇਂਜ ਹੈਗੀ ਹੈ, ਤਾਂ ਉਹਨਾਂ ਤੋਂ ਬੱਚੇ ਅਪਰੂਵਲਸ ਲੈਣੇ ਪੈਂਦੇ ਨੇਗੇ, ਠੀਕ ਹੈ। ਤਾਂ ਉਸ ਇੱਕ ਅਪਰੂਵਲ ਨੂੰ ਬੱਚੇ ਆਪਾਂ ਇੱਕ ਅਸੈਸਮੈਂਟ ਕਰਦੇ ਹਾਂ ਕਿ ਹਾਂ ਤੁਸੀਂ ਅਗਰ ਜਦੋਂ ਫੈਕਟਰੀ ਐਸਟੈਬਲਿਸ਼ ਕਰੋਗੇ ਜਾਂ ਕਰ ਰਹੇ ਹੋ ਤਾਂ ਉਸ ਟਾਈਮ 'ਤੇ ਤੁਸੀਂ ਕਿੰਨਾ ਇਨਵਾਇਰਮੈਂਟ ਨੂੰ ਹਾਰਮ ਕਰਦੇ ਹੋ, ਠੀਕ ਹੈ, ਇਨਵਾਇਰਮੈਂਟ ਨੂੰ ਕਿੰਨਾ ਇੰਪੈਕਟ ਕਰਦੇ ਹੋ, ਤਾਂ ਉਸ ਚੀਜ਼ ਦੀ ਅਸੈਸਮੈਂਟ ਕਰਦੀ ਹੈ ਇਹ, ਠੀਕ ਹੈ ਬੇਸਿਕਲੀ। ਤਾਂ ਇਹਦੀ ਰਾਜੇ ਲੀਗਲ ਰਿਕਗਨੀਸ਼ਨ ਹੈਗੀ ਹੈ, ਇੱਕ ਲਾਅ ਦੇ ਅੰਡਰ ਆਪਣੇ ਕੋਲ ਆਉਂਦੀ ਹੈ, ਉਹ ਹੈਗਾ ਬੱਚੇ ਆਪਣੇ ਕੋਲ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986 EPA 1986। ਬਹੁਤ ਇੰਪੋਰਟੈਂਟ ਐਕਟ ਹੈ ਇਹ, ਬਹੁਤ ਇੰਪੋਰਟੈਂਟ ਲਾਅ ਹੈਗਾ। ਔਰ ਜਿਹੜੀ EIA ਇਹ ਵੀ ਬਹੁਤ ਇੰਪੋਰਟੈਂਟ ਹੈ। ਇੱਕ ਤਾਂ ਇਕੋਲੋਜੀਕਲ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਦੂਸਰੀ ਰਾਜੇ 2020 ਦੇ ਵਿੱਚ ਇਹਦੇ ਵਿੱਚ ਕੀ ਹੈ ਰਾਜੇ, ਇਹ ਵੈਸੇ ਤਾਂ ਆਈ ਸੀ ਓਰੀਜਨਲੀ 2006 ਦੇ ਵਿੱਚ, ਠੀਕ ਹੈ, ਉਦੋਂ ਪਹਿਲਾਂ ਵੀ ਆ ਚੁੱਕੀ ਸੀ ਬਟ ਆਪਣੇ ਕੋਲ ਰੀਸੈਂਟ 2006 ਦੀ ਸੀਗੀ, ਅਤੇ 2020 ਦੇ ਵਿੱਚ ਬੱਚੇ ਇੱਕ ਡਰਾਫਟ ਆਪਣੇ ਕੋਲ ਚੇਂਜ ਆਏਗਾ ਵੀ ਹੈ ਨਾ। ਤਾਂ ਇਹਨੂੰ ਕੀ ਹੈ, ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ 2006 ਵਾਲੀ EI ਹੈ ਇਹਨੂੰ ਥੋੜ੍ਹਾ ਜਿਹਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਉਸ ਚੇਂਜ ਦੀ ਬੜੀ ਹੀ ਕ੍ਰਿਟਿਸਿਜ਼ਮ ਹੋ ਰਹੀ ਹੈਗੀ ਸਰਕਾਰ ਦੀ, ਕਿ ਸਰਕਾਰ ਨੇ ਜਿਹੜਾ ਕੀ ਹੈ ਰਾਜੇ ਇਹ ਇੰਪੈਕਟ ਅਸੈਸਮੈਂਟ ਹੈ ਇਹਦਾ ਬਿਲਕੁਲ ਜਿਹੜੇ ਪੈਰਾਮੀਟਰ ਸੀ ਬਹੁਤ ਹੀ ਡਾਊਨ ਕਰਤੇ, ਠੀਕ ਹੈ, ਜਿਹਦੇ ਨਾਲ ਕਿ ਆਪਣੇ ਵਾਤਾਵਰਨ ਨੂੰ ਨੁਕਸਾਨ ਹੋ ਸਕਦਾ ਹੈ। ਤਾਂ ਜਿਹੜਾ 2020 ਵਾਲਾ ਡਰਾਫਟ ਹੈ ਇਹਦੀ ਬਹੁਤ ਕ੍ਰਿਟਿਸਿਜ਼ਮ ਹੋਈ ਹੈ, ਬਹੁਤ ਨਿਊਜ਼ ਦੇ ਵਿੱਚ ਰਿਹਾ ਇਹ, ਤਾਂ ਕਾਫੀ ਇੰਪੋਰਟੈਂਟ ਹੈ। ਤੁਸੀਂ ਅਗਰ ਪੋਸੀਬਲ ਹੋਇਆ ਬੱਚੇ ਇਹਨਾਂ ਦੀ ਇਸ ਦੀ ਪ੍ਰੋਵੀਜ਼ਨ ਵੀ ਪੜ੍ਹ ਦਿਓ, ਠੀਕ ਹੈ। ਅਗਰ ਮੇਰੇ ਤੋਂ ਪੋਸੀਬਲ ਹੋਇਆ ਮੈਂ ਕੋਈ ਨਾ ਕੋਈ ਕੁਐਸਚਨ ਵੀ ਬਣਾ ਦਾਂਗੇ ਇਹਨਾਂ ਦੇ, ਅਤੇ ਬਟ ਨਹੀਂ ਤੁਸੀਂ ਆਪਣੇ ਐਂਡ ਤੋਂ ਵੀ ਕਰਨਾ ਇਹ 2020 ਦਾ ਜਿਹੜਾ ਡਰਾਫਟ ਆਇਆ ਉਹਨੂੰ ਤੁਸੀਂ ਇੱਕ ਵਾਰੀ ਪਲੀਜ਼ ਦੇਖ ਲੈਣਾ। ਅਗਰ ਮੈਂ ਨਾਇਬ ਦੀ ਗੱਲ ਕਰਾਂ ਬੱਚੇ, ਨਾਇਬ ਦੇ ਵਿੱਚ ਮੋਸਟ ਐਕਸਪੈਕਟਡ ਇਹਨਾਂ ਦੇ ਵਿੱਚ ਕੁਐਸਚਨ ਇਹ ਜਿਹੀ ਚੀਜ਼ਾਂ ਦੇ ਵਿੱਚ, ਠੀਕ ਹੈ, ਨਾਇਬ ਦੇ ਪੇਪਰ ਦੇ ਵਿੱਚ। ਚਲੋ ਆਪਣਾ ਆਨਸਰ ਬੱਚੇ 1986 ਆਏਗਾ। ਔਰ ਇਸ ਦੇ ਨਾਲ ਬੱਚੇ ਜਿਹੜੇ ਹੋਰ ਵੀ ਇਨਵਾਇਰਮੈਂਟਲ ਐਕਟਸ ਨੇ ਉਹਨਾਂ ਦੇ ਤੁਹਾਨੂੰ ਈਅਰਸ ਯਾਦ ਹੋਣੇ ਚਾਹੀਦੇ ਨੇ। ਜਿਵੇਂ ਗੱਲ ਕਰਾਂ WPA ਦੀ, ਇਹ ਹੋਇਆ ਸੀ ਬੱਚੇ 1972 ਦੇ ਵਿੱਚ। ਏਅਰ ਐਕਟ ਆਪਾਂ ਗੱਲ ਕਰਦੇ 1981 ਦੇ ਵਿੱਚ। ਇੰਡੀਅਨ ਫੋਰੈਸਟ ਐਕਟ ਜਿਹੜਾ ਸਭ ਤੋਂ ਪਹਿਲਾਂ ਸੀ ਆਪਣਾ 1927 ਵਾਲਾ ਸੀ ਬੱਚੇ, ਠੀਕ ਹੈ। ਹੁਣ ਆਪਾਂ ਫੋਰੈਸਟ ਕੰਜ਼ਰਵੇਸ਼ਨ ਐਕਟ ਵੀ ਕਰਦੇ ਹਾਂ, ਉਹ ਕਰਦੇ ਆਪਾਂ 1980 ਦੇ ਵਿੱਚ, ਠੀਕ ਹੈ ਜੀ। ਤਾਂ ਇਹ ਐਕਟਸ ਨੇ ਬੇਸਿਕਲੀ ਆਪਣਾ ਦੇਖ ਲੈਣਾ ਅੱਗੇ। ਇਹ ਸਾਰੇ ਤੁਸੀਂ ਲਿਸਟ ਪਲੀਜ਼ ਇੱਕ ਵਾਰੀ ਯਾਦ ਕਰ ਲੈਣੀ ਹੈ, ਇਹਨਾਂ ਦੇ ਈਅਰਸ ਯਾਦ ਕਰ ਲੈਣੇ ਬੇਸਿਕਲੀ, ਠੀਕ ਹੈ। ਫੋਰੈਸਟ ਐਕਟ 1927 72 ਦੇ ਵਿੱਚ, ਇਹ ਤਾਂ ਬਹੁਤ ਇੰਪੋਰਟੈਂਟ ਐਕਟ ਹੈ, ਕਾਫੀ ਇੰਪੋਰਟੈਂਟ ਐਕਟ ਆਪਣਾ, ਠੀਕ ਹੈ। ਜਿੰਨੀ ਹੀ ਵਾਈਲਡ ਲਾਈਫ ਪ੍ਰੋਟੈਕਸ਼ਨ ਆਪਾਂ ਕਰਦੇ ਹਾਂ ਅੱਜ, ਜਿੰਨੇ ਹੀ ਪ੍ਰੋਵੀਜ਼ਨ ਹੈਗੇ ਨੇ ਮੈਕਸਿਮਮ 99% ਆਪਣੇ ਕੋਲ ਇਸੇ ਲਾਅ ਦੇ ਵਿੱਚੋਂ ਆਉਂਦੀਆਂ ਨੇਗੀਆਂ, ਠੀਕ ਹੈ। ਵਾਟਰ ਐਕਟ, ਠੀਕ ਹੈ ਜੀ, ਇਸੇ ਵਾਟਰ ਐਕਟ ਦੇ ਅੰਡਰ ਬਣੀ ਹੋਈ ਆਪਣੀ CPCB, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ। ਇਹ UPSC ਦੇ ਵਿੱਚ ਕੁਐਸਚਨ ਆ ਚੁੱਕਿਆ ਬੱਚੇ ਕਿ ਜਿਹੜੀ CPCB ਹੈ ਉਹ ਕਿਹੜੇ ਐਕਟ ਦੇ ਅੰਡਰ ਬਣੀ ਹੋਈ ਹੈ, ਤਾਂ ਵਾਟਰ ਐਕਟ ਦੇ ਅੰਡਰ ਬਣੀ ਹੋਈ ਹੈ, ਠੀਕ ਹੈ। ਫੋਰੈਸਟ ਕੰਜ਼ਰਵੇਸ਼ਨ ਐਕਟ ਦੀ ਮੈਂ ਗੱਲ ਕਰ ਰਿਹਾ ਸੀ 1980 ਦੇ ਵਿੱਚ, ਏਅਰ ਐਕਟ 1981, EPA 1986 ਬਹੁਤ ਇੰਪੋਰਟੈਂਟ ਹੈ। ਬਾਇਓਡਾਇਵਰਸਿਟੀ ਬਾਇਓਲੋਜੀਕਲ ਡਾਇਵਰਸਿਟੀ ਐਕਟ 2002, ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ। ਫੋਰੈਸਟ ਰਾਈਟ ਐਕਟ ਕਹਿੰਦੇ ਨੇ ਆਪਾਂ ਸਿੰਪਲੀ ਇਹਨੂੰ, ਠੀਕ ਹੈ। ਜਿਹੜਾ ST ਤੇ ਅਦਰ ਟ੍ਰੈਡੀਸ਼ਨਲ ਫੋਰੈਸਟ ਡਿਵੈਲਪਰਸ ਐਕਟ ਹੈਗਾ ਉਹਨੂੰ ਆਪਾਂ ਫੋਰੈਸਟ ਰਾਈਟ ਐਕਟ ਵੀ ਕਹਿ ਦਿੰਦੇ ਸਿੰਪਲੀ, ਠੀਕ ਹੈ, 2006 ਦਾ। NGT ਐਕਟ ਬਹੁਤ ਇੰਪੋਰਟੈਂਟ ਹੈ 2010 ਦਾ। ਰਾਜੀ ਕੁਛ ਵੈਟਲੈਂਡ ਦੀ ਕੰਜ਼ਰਵੇਸ਼ਨ ਦੇ ਆਪਣੇ ਰੂਲਸ ਜਿਹੜੇ 2017 ਦੇ ਵਿੱਚ ਲੈ ਕੇ ਆਇਆ, ਕਾਫੀ ਟਾਈਮ ਬਾਅਦ ਇਹ ਰੂਲਸ ਚੇਂਜ ਹੋਏ ਨੇ, ਠੀਕ ਹੈ, ਕਾਫੀ ਟਾਈਮ ਬਾਅਦ ਇਹਨਾਂ ਨੂੰ ਜਿਹੜੇ ਰੂਲਸ ਨੇ ਅਮੈਂਡ ਹੋਏ ਨੇਗੇ, ਤਾਂ ਇਹ ਵੀ ਬਹੁਤ ਇੰਪੋਰਟੈਂਟ ਨੇ। ਔਰ ਇਸ ਦੇ ਵਿੱਚ ਵੀ ਸਰਕਾਰ ਦੀ ਕਾਫੀ ਕ੍ਰਿਟਿਸਿਜ਼ਮ ਹੋਈ ਸੀਗੀ ਕਿ ਹਾਂ ਰੂਲਸ ਨੂੰ ਤੁਸੀਂ ਕੀ ਹੈ ਈਜ਼ ਕਰਤਾ, ਠੀਕ ਹੈ, ਇਨਵਾਇਰਮੈਂਟਲ ਡੀਗ੍ਰੇਡੇਸ਼ਨ ਦੇ ਵਿੱਚ ਇਹ ਹੈਲਪ ਕਰੂਗੀ, ਠੀਕ ਹੈ। ਤਾਂ ਗਲਤ ਹੋਏ ਨੇ ਇਹ ਜਿਹੜੇ ਰੂਲਸ ਆਏ ਨੇ। ਕੋਸਟਲ ਰੈਗੂਲੇਸ਼ਨ ਜ਼ੋਨ, ਇਹਦੇ ਵਿੱਚ ਵੀ ਨੋਟੀਫਿਕੇਸ਼ਨ ਦੇ ਵਿੱਚ ਅਮੈਂਡਮੈਂਟ ਹੋਈ ਹੈ 2018 ਦੇ ਵਿੱਚ, ਤਾਂ ਇਹ ਵੀ ਇੰਪੋਰਟੈਂਟ ਹੈ, ਠੀਕ ਹੈ। ਬੇਸਿਕਲੀ ਕੀ ਹੈ ਇਹਦੇ ਵਿੱਚ ਕਿ ਤੁਸੀਂ ਜਿਹੜੀ ਕੋਸਟ ਹੈਗੀ ਆਪਣੀ ਸਮੁੰਦਰ ਦਾ ਤੱਟ ਹੈਗਾ, ਉਸ ਦੇ ਤੱਟ ਦੇ ਉੱਪਰ ਤੁਸੀਂ ਕੀ ਚੀਜ਼ ਬਣਾ ਸਕਦੇ ਹੋ, ਕਿੰਨੀ ਕੁ ਏਰੀਆ ਦੇ ਵਿੱਚ ਬਣਾ ਸਕਦੇ ਹੋ, ਠੀਕ ਹੈ। ਜਿਵੇਂ ਸਮੁੰਦਰ ਹੈਗਾ ਅਤੇ ਕਿੰਨੀ ਕੁ ਦੂਰ ਤੁਸੀਂ ਛੱਡਣੀ ਹੈ ਚੀਜ਼, ਬੀਚ ਛੱਡਣੀ ਹੈ, ਕਿੰਨਾ ਕੁ ਤੁਸੀਂ ਜਿਹੜਾ ਬੀਚ ਦੇ ਉੱਪਰ ਸਮਾਨ ਜਿਹੜੀ ਚੀਜ਼ਾਂ ਨੇ ਉਹ ਬਣਾ ਸਕਦੇ ਹੋ, ਟੂਰਿਜ਼ਮ ਵਾਸਤੇ ਜਿਹੜੀ ਚੀਜ਼ ਬਣਾ ਸਕਦੇ ਹੋ ਨਾ, ਇਹ ਸਭ ਜਿਹੜਾ ਕੀ ਇਹਦੇ ਵਿੱਚ CRZ ਨੋਟੀਫਿਕੇਸ਼ਨ ਦੇ ਵਿੱਚ ਹੁੰਦਾ ਆਪਣੇ ਕੋਲ, ਠੀਕ ਹੈ ਜੀ। ਚਲੋ ਇਹਨਾਂ ਸਾਰਿਆਂ ਦੇ ਈਅਰਸ ਪਲੀਜ਼ ਯਾਦ ਕਰ ਲੈਣਾ ਇੱਕ ਵਾਰੀ ਤੁਸੀਂ, ਠੀਕ ਹੈ। ਅਗੇਨ ਇਨਵਾਇਰਮੈਂਟ ਦਾ ਕੁਐਸਚਨ ਹੈ ਬੱਚੇ। ਮੀਨਾਮੰਡਾ ਕਨਵੈਨਸ਼ਨ ਬੇਸਿਕਲੀ ਰਾਜੇ ਕਨਵੈਨਸ਼ਨ ਦੇ ਨਾਮ ਹੈਗੇ ਨੇ, ਅਤੇ ਇਹ ਪੁੱਛ ਰਿਹਾ ਵੀ ਕਿਹੜੇ ਐਲੀਮੈਂਟ ਦੇ ਨਾਲ, ਕਿਹੜੇ ਆਪਣੇ ਕੋਲ ਕੰਪਾਊਂਡ ਦੇ ਨਾਲ ਜਿਹੜਾ ਕਿ ਉਹ ਕੰਸਰਨਡ ਹੈਗਾ ਕਨਵੈਨਸ਼ਨ। ਤਾਂ ਮੀਨਾਮਾਟਾ ਮਰਕਰੀ ਬਿਲਕੁਲ ਠੀਕ ਹੈ ਬੱਚੇ। ਸਟਾਕਹੋਮ ਪੌਪ ਦੇ ਬਿਲਕੁਲ ਠੀਕ ਹੈ ਜੀ, ਆਪਾਂ ਪੌਪ ਵੀ ਕਹਿ ਦਿੰਦੇ ਇਹਨੂੰ, ਠੀਕ ਹੈ। ਸਟਾਕ ਪੌਪ, ਠੀਕ ਹੈ। ਤਾਂ ਮੈਂ ਇੱਦਾਂ ਯਾਦ ਰੱਖਦਾ ਸਟਾਕ ਪੌਪ। ਪਰਸਿਸਟੈਂਟ ਔਰਗੈਨਿਕ ਪੋਲੂਟੈਂਟਸ, ਪਰਸਿਸਟੈਂਟ ਦਾ ਮਤਲਬ ਕੀ ਹੈ ਕਿ ਉਹ ਐਸੇ ਔਰਗੈਨਿਕ ਪੋਲੂਟੈਂਟਸ ਜਿਹੜੇ ਕਿ ਰਹਿੰਦੇ ਨੇ, ਮਤਲਬ ਬਹੁਤ ਜ਼ਿਆਦਾ ਸਮੇਂ ਤੱਕ ਬਣੇ ਰਹਿੰਦੇ ਨੇਗੇ, ਡੀਗ੍ਰੇਡ ਨਹੀਂ ਹੁੰਦੇ ਹੈਗੇ, ਡੀਕੰਪੋਜ਼ ਨਹੀਂ ਹੁੰਦੇ, ਪਰਸਿਸਟੈਂਟ ਰਹਿੰਦੇ ਨੇ, ਠੀਕ ਹੈ। ਤਾਂ ਕਿਉਂਕਿ ਪਰਸਿਸਟੈਂਟ ਰਹਿੰਦੇ ਨੇ ਇਸੇ ਕਰਕੇ ਹਾਰਮਫੁਲ ਜ਼ਿਆਦਾ ਨੇਗੇ, ਠੀਕ ਹੈ। ਅਦਰਵਾਈਜ਼ ਤਾਂ ਡੀਕੰਪੋਜ਼ ਹੋ ਗਏ ਤਾਂ ਕੁਛ ਫਰਕ ਨਹੀਂ ਪੈਂਦਾ, ਬਟ ਕਿਉਂਕਿ ਇਹ ਬਣੇ ਰਹਿੰਦੇ ਨੇ ਤਾਂ ਇਹ ਜ਼ਿਆਦਾ ਨੁਕਸਾਨ ਕਰਦੇ ਨੇਗੇ। ਬੇਜ਼ਲ ਕਨਵੈਨਸ਼ਨ ਲੈਡ ਗਲਤ ਹੈ ਬੱਚੇ। ਬੇਜ਼ਲ ਕਨਵੈਨਸ਼ਨ ਬੇਸਿਕਲੀ ਕੀ ਹੈ, ਹਜ਼ਾਰਡੀਅਸ ਵੇਸਟ, ਬੇਜ਼ਲ ਵੇਸਟ, ਮੈਂ ਇੱਦਾਂ ਯਾਦ ਰੱਖਦਾ, ਬੇਜ਼ਲ ਵੇਸਟ, ਹਜ਼ਾਰਡੀਅਸ ਵੇਸਟ ਬੇਸਿਕਲੀ, ਠੀਕ ਹੈ। ਕਿ ਇੰਟਰ ਕੰਟਰੀ ਦੇ ਵਿੱਚ ਜਿਹੜੀ ਕਿ ਹਜ਼ਾਰਡੀਅਸ ਵੇਸਟ ਦੀ ਮੂਵਮੈਂਟ ਹੈ ਉਹਨੂੰ ਰੈਗੂਲੇਟ ਕਰਦਾ ਹੈ।
ਵਰਨਾ ਕਿ ਜਿਹੜੇ ਅਮੀਰ ਦੇਸ਼ ਨੇ, ਜਿਹੜੇ ਡਿਵੈਲਪ ਕੰਟਰੀਜ਼ ਨੇਗੇ, ਉਹ ਇੰਡੋਨੇਸ਼ੀਆ ਵਰਗੇ, ਇੰਡੀਆ ਵਰਗੇ ਦੇਸ਼ਾਂ ਦੇ ਵਿੱਚ ਜਿਹੜਾ ਆਪਣਾ ਹਜ਼ਾਰਡੀਅਸ ਵੇਸਟ ਹੈ ਉਹ ਡੰਪ ਕਰ ਦਿੰਦੇ ਨੇ, ਠੀਕ ਹੈ। ਤਾਂ ਇਸੇ ਚੀਜ਼ ਨੂੰ ਰੈਗੂਲੇਟ ਕਰਨ ਵਾਸਤੇ ਬੇਜ਼ਲ ਕਨਵੈਨਸ਼ਨ ਹੈਗੀ ਹੈ, ਠੀਕ ਹੈ ਬੱਚੇ। ਇੱਕ ਹੋਰ ਆਪਣੇ ਕੋਲ ਆਉਂਦੀ ਹੈ ਰੋਟਰਡੈਮ ਕਨਵੈਨਸ਼ਨ, ਰੋਟਰਡੈਮ ਕਨਵੈਨਸ਼ਨ, ਠੀਕ ਹੈ। ਇੱਕ ਆਦੇ ਵਾਸਤੇ ਬੇਸਿਕਲੀ ਹਜ਼ਾਰਡੀਅਸ ਕੈਮੀਕਲਸ ਪਲੱਸ ਪੈਸਟੀਸਾਈਡਸ, ਹਾਰਮਫੁਲ ਪੈਸਟੀਸਾਈਡਸ, ਠੀਕ ਹੈ। ਵੀ ਇਹਨਾਂ ਦਾ ਜਿਹੜਾ ਮੂਵਮੈਂਟ ਉਹਨੂੰ ਰੈਗੂਲੇਟ ਕਰਨ ਵਾਸਤੇ ਪੈਸਟੀਸਾਈਡਸ ਨੂੰ, ਕਿਹੜੇ ਕਿਹੜੇ ਪੈਸਟੀਸਾਈਡ ਨੂੰ ਅਸੀਂ ਕੀ ਹੈ ਮਤਲਬ ਹੌਲੀ ਹੌਲੀ ਜਿਹੜਾ ਕੀ ਹੈ ਬੈਨ ਕਰਨਾ ਜਾਂ ਰਿਮੂਵ ਕਰਨਾ ਆਪਣੀ ਮਾਰਕੀਟ ਦੇ ਵਿੱਚੋਂ। ਤਾਂ ਇਹ ਚੀਜ਼ਾਂ ਦੀ ਗੱਲ ਇਹ ਰੋਟਰਡੈਮ ਕਨਵੈਨਸ਼ਨ ਕਰਦੀ ਹੈ, ਠੀਕ ਹੈ। ਤਾਂ ਰੋਟ ਦਾ ਕੀ ਹੁੰਦਾ ਬੱਚੇ, ਰੋਟ ਦਾ ਮਤਲਬ ਹੁੰਦਾ ਗਲ ਜਾਣਾ, ਠੀਕ ਹੈ। ਗਲਣ ਵਾਸਤੇ ਆਪਾਂ ਇੱਕ ਪੈਸਟੀਸਾਈਡ ਜਿਹੜਾ ਕਿ ਯੂਜ਼ ਕਰਦੇ ਹੁੰਦੇ ਆਪਣੀ ਫਸਲਾਂ ਨਾ ਗਲ ਜਾਣ, ਤਾਂ ਉੱਥੇ ਮੈਂ ਯਾਦ ਰੱਖਦਾ ਰੋਟਰਡੈਮ ਮਤਲਬ ਪੈਸਟੀਸਾਈਡ, ਠੀਕ ਹੈ ਜੀ। ਇੱਦਾਂ ਆਪਾਂ ਯਾਦ ਰੱਖ ਸਕਦੇ ਹਾਂ ਇਹਨੂੰ। ਅਤੇ ਬੱਚੇ ਸਾਰਿਆਂ ਦੇ ਆਪਾਂ ਜਿਹੜੇ ਕੀ ਹੈ ਦੇਖ ਲੈਣਾ ਕਿੱਥੇ ਕਿੱਥੇ ਨੇ। ਰੋਟਰਡੈਮ ਕਿੱਥੇ ਬੱਚੇ, ਨੈਦਰਲੈਂਡਸ ਦੇ ਵਿੱਚ ਹੈ, ਜਿਹਦੀ ਕੈਪੀਟਲ ਐਮਸਟਰਡੈਮ ਹੈ, ਨੈਦਰਲੈਂਡਸ ਦੀ, ਠੀਕ ਹੈ। ਬੇਜ਼ਲ ਕਿੱਥੇ ਬੱਚੇ, ਬੇਜ਼ਲ ਬੇਸਿਕਲੀ ਸਵਿਟਜ਼ਰਲੈਂਡ ਦੇ ਵਿੱਚ ਹੈ। ਤੁਸੀਂ ਇਕਨੋਮੀ ਦੇ ਵਿੱਚ ਪੜ੍ਹਦੇ ਹੋਗੇ ਬੇਜ਼ਲ ਕਮੇਟੀ, ਹੈ ਨਾ, ਬੇਜ਼ਲ ਕਮੇਟੀ ਫॉर ਫਾਈਨੈਂਸ਼ੀਅਲ ਇਹ ਜਾਂ ਕੁਛ। ਤਾਂ ਸਵਿਟਜ਼ਰਲੈਂਡ ਦੇ ਵਿੱਚ ਆਪਣਾ ਬੇਜ਼ਲ ਹੈ ਬੱਚੇ। ਸਟਾਕਹੋਮ ਕਿੱਥੇ ਹੈਗਾ, ਸਵੀਡਨ ਦੇ ਵਿੱਚ ਹੈ, ਸਵੀਡਨ ਦੀ ਕੈਪੀਟਲ ਹੈ ਬੇਸਿਕਲੀ। ਨਾਰਵੇ, ਸਵੀਡਨ, ਫਿਨਲੈਂਡ, ਹੈ ਨਾ, ਉਹ ਵਾਲਾ ਸਵੀਡਨ। ਸਵੀਡਨ ਦੀ ਕੈਪੀਟਲ ਸਟਾਕਹੋਮ। ਔਰ ਮੀਨਾਮਾਡਾ ਕਿੱਥੇ ਬੱਚੇ, ਜਾਪਾਨ ਦੇ ਵਿੱਚ ਹੈ, ਠੀਕ ਹੈ ਜੀ। ਚਲੋ ਠੀਕ ਹੈ ਜੀ। ਤਾਂ ਹਾਂਜੀ ਆਪਣਾ ਕੁਐਸਚਨ ਦਾ ਆਪਣਾ ਆਨਸਰ ਤਾਂ ਕੀਤਾ ਹੀ ਨਹੀਂ ਹੈਗਾ। ਤਾਂ 1 ਅਤੇ 2 ਬਿਲਕੁਲ ਸਹੀ ਨੇ ਬੱਚੇ, 1 ਅਤੇ 2 ਠੀਕ ਨੇ। ਇਹ ਆਨਸਰ ਆਏਗਾ ਆਪਣਾ A 1 ਐਂਡ 2, ਹਾਂਜੀ ਕਰੈਕਟਲੀ ਹੀ ਪੁੱਛਿਆ ਸੀ। ਤਾਂ 1 ਐਂਡ 2 ਆਨਸਰ ਆਏਗਾ, ਕਿਉਂਕਿ ਬੇਜ਼ਲ ਗਲਤ ਹੈ, ਲੈਡ ਨਹੀਂ ਆਊਗਾ, ਬੇਜ਼ਲ ਦੇ ਵਿੱਚ ਹਜ਼ਾਰਡੀਅਸ ਵੇਸਟ ਆਏਗਾ, ਠੀਕ ਹੈ ਬੱਚੇ। ਚਲੋ ਦ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਪ੍ਰੋਵਾਈਡਸ ਫॉर ਵੇਰੀਅਸ ਕੈਟਾਗਰੀਜ਼ ਆਫ ਪ੍ਰੋਟੈਕਟਡ ਏਰੀਆਜ਼। ਥੀਸ ਇੰਕਲੂਡ, ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਇਹ ਸਾਰੇ ਪ੍ਰੋਟੈਕਟਡ ਏਰੀਆਜ਼ ਨੇ, ਪਤਾ ਸਾਨੂੰ ਬਿਲਕੁਲ ਪ੍ਰੋਟੈਕਟਡ ਏਰੀਆਜ਼ ਹੀ ਹੈਗੇ ਨੇ ਸਾਰੇ, ਠੀਕ ਹੈ। ਹੁਣ ਇਹਨਾਂ ਦੇ ਵਿੱਚੋਂ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅੰਡਰ ਕਿਹੜੇ ਕਿਹੜੇ ਨੇਗੇ ਇਹ ਪੁੱਛ ਰਹੇ ਬੇਸਿਕਲੀ, ਠੀਕ ਹੈ। ਤਾਂ ਬੱਚੇ ਮੈਨੂੰ ਸਿੱਧਾ ਦਿਖ ਰਿਹਾ ਕਿ ਬਾਇਓਸਫੀਅਰ ਰਿਜ਼ਰਵ ਤਾਂ ਨਹੀਂ ਹੈਗਾ, ਕਿਉਂਕਿ ਬਾਇਓਸਫੀਅਰ ਰਿਜ਼ਰਵ ਬੱਚੇ ਕਿਹਦੇ ਅੰਡਰ ਆਉਂਦਾ ਆਪਣੇ ਕੋਲੇ, ਯੂਨੈਸਕੋ ਦੇ ਪ੍ਰੋਗਰਾਮ ਦੇ ਅੰਡਰ ਆਉਂਦਾ ਹੈਗਾ। ਯੂਨੈਸਕੋ ਦਾ ਜਿਹੜਾ ਮੈਨ ਐਂਡ ਬਾਇਓਸਫੀਅਰ ਪ੍ਰੋਗਰਾਮ ਹੈਗਾ, ਮੈਪ ਪ੍ਰੋਗਰਾਮ ਹੈ, ਉਹਦੇ ਅੰਡਰ ਆਪਾਂ ਬਾਇਓਸਫੀਅਰ ਰਿਜ਼ਰਵ ਜਿਹੜੇ ਕੀ ਹੈ ਨੋਟੀਫਾਈ ਕਰਦੇ ਹਾਂ। ਤਾਂ ਇਹ ਤਾਂ ਨਹੀਂ ਹੈਗਾ ਐਟਲੀਸਟ। ਤਾਂ 3 ਵਾਲਾ ਤਾਂ ਮੈਂ ਪਹਿਲਾਂ ਹੀ ਐਲੀਮੀਨੇਟ ਕਰ ਦਿੰਦਾ, ਠੀਕ ਹੈ ਜੀ। ਹੁਣ 1 ਅਤੇ 2 ਦੋਨਾਂ ਦੇ ਵਿੱਚ ਕਾਮਨ ਨੇ, ਤਾਂ ਮੈਂ ਸਿਰਫ 4 ਦੇਖਣਾ ਹੈਗਾ ਨਹੀਂ। ਟਾਈਗਰ ਰਿਜ਼ਰਵ ਬਿਲਕੁਲ ਔਰ ਬਿਲਕੁਲ ਰਾਜੇ WP ਦੇ ਵਿੱਚ ਆਉਂਦਾ ਹੈਗਾ, ਠੀਕ ਹੈ। ਅਸੀਂ ਬੇਸਿਕਲੀ ਜਦੋਂ ਟਾਈਗਰ ਆਪਣਾ ਟਾਈਗਰ ਪ੍ਰੋਜੈਕਟ ਸਟਾਰਟ ਕੀਤਾ ਸੀ, ਤਾਂ ਉਹ ਵੀ ਆਲਮੋਸਟ ਆਪਾਂ ਨੇ ਇਸੇ ਐਕਟ ਦੇ ਅੰਡਰ ਸਟਾਰਟ ਕੀਤਾ ਸੀਗਾ। ਅਤੇ ਜਿਹੜੀ ਸਾਡੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਉਹ ਵੀ ਇਸੇ ਐਕਟ ਦੇ ਅੰਡਰ ਹੀ ਬਣੀ ਹੋਈ ਹੈ, 2006 ਦੇ ਵਿੱਚ ਬਣੀ ਸੀ ਬੇਸਿਕਲੀ, ਵੈਸੇ ਕਾਫੀ ਬਾਅਦ ਬਣੀ ਹੈ, ਬਟ ਸਟਿਲ ਇਸੇ ਐਕਟ ਦੇ ਅੰਡਰ ਹੈ। ਔਰ ਟਾਈਗਰ ਰਿਜ਼ਰਵਸ ਵੀ ਆਪਾਂ ਇਸੇ ਅੰਡਰ ਆਉਂਦੇ ਹਾਂ। ਟਾਈਗਰ ਰਿਜ਼ਰਵ, ਵਾਈਲਡ ਲਾਈਫ ਸੈਂਚੁਰੀ, ਨੈਸ਼ਨਲ ਪਾਰਕ, ਸਾਰੇ ਦੇ ਸਾਰੇ ਪ੍ਰੋਟੈਕਟਡ ਏਰੀਆਜ਼ ਆਪਾਂ ਸਿਰਫ WPA ਦੇ ਅੰਡਰ ਹੀ ਜਿਹੜੇ ਕੀ ਹੈ ਨੋਟੀਫਾਈ ਕਰਦੇ ਹਾਂ। ਸਿਰਫ ਜਿਹੜਾ ਬਾਇਓਸਫੀਅਰ ਰਿਜ਼ਰਵ ਉਹ ਯੂਨੈਸਕੋ ਦੇ ਜਿਹੜੀ ਅੰਡਰ ਆਉਂਦੇ ਨੇ, ਠੀਕ ਹੈ ਜੀ। ਇਹਨਾਂ ਤਿੰਨਾਂ ਤੋਂ ਇਲਾਵਾ ਰਾਜੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਦੇ ਅੰਡਰ ਹੋਰ ਵੀ ਬਹੁਤ ਚੀਜ਼ਾਂ ਆਉਂਦੀਆਂ ਨੇ, ਜਿਵੇਂ ਆਪਣਾ ਕਮਿਊਨਿਟੀ ਰਿਜ਼ਰਵ ਹੋ ਗਿਆ, ਕਮਿਊਨਿਟੀ ਰਿਜ਼ਰਵ, ਠੀਕ ਹੈ, ਕੰਜ਼ਰਵੇਸ਼ਨ ਰਿਜ਼ਰਵ ਹੋ ਗਿਆ, ਠੀਕ ਹੈ। ਤਾਂ ਇਹ ਵੀ ਕੁਛ ਪ੍ਰੋਟੈਕਟਡ ਏਰੀਆਜ਼ ਜਿਹੜੇ ਕਿ WP ਦੇ ਅੰਡਰ ਆਉਂਦੇ ਨੇ। ਇਹ 2003 ਤੋਂ ਬਾਅਦ ਆਉਣ ਲੱਗੇ ਨੇ। 2003 ਦੇ ਵਿੱਚ ਅਸੀਂ ਅਮੈਂਡਮੈਂਟ ਕੀਤੀ ਇਸ ਐਕਟ ਦੇ ਵਿੱਚ, ਅਤੇ ਇਹ ਐਡ ਕਰਤੇ ਦੋਨੋਂ। ਇਹਨਾਂ ਤੋਂ ਇਲਾਵਾ ਰਾਜੇ ਇੱਕ ਸਾਡੇ ਕੋਲ ਸੈਂਟਰਲ ਜ਼ੂ ਅਥਾਰਟੀ ਵੀ ਹੈਗੀ ਹੈ, ਜਿਹੜੀ ਕਿ ਜਿਹੜੇ ਆਪਣੇ ਦੇਸ਼ ਦੇ ਵਿੱਚ ਜ਼ੂਜ਼ ਨੇਗੇ, ਸੈਂਟਰਲ ਜ਼ੂ ਅਥਾਰਟੀ, ਜਿਹੜੇ ਆਪਣੇ ਦੇਸ਼ ਦੇ ਵਿੱਚ ਚਿੜੀਆ ਘਰ ਨੇ ਬੱਚੇ, ਉਹਨਾਂ ਦੀ ਫੰਕਸ਼ਨਿੰਗ ਨੂੰ ਜਿਹੜੀ ਕੀ ਹੈ ਰੈਗੂਲੇਟ ਕਰਦੀ ਹੈ ਇਹ ਅਥਾਰਟੀ। ਤਾਂ ਇਹ ਅਥਾਰਟੀ ਵੀ ਅਸੀਂ ਇਸੇ ਐਕਟ ਦੇ ਅੰਡਰ ਬਣਾਈ ਹੋਈ ਹੈਗੀ, ਠੀਕ ਹੈ। ਟਾਈਮ ਟੂ ਟਾਈਮ ਆਪਾਂ ਇਸ ਐਕਟ ਨੂੰ ਅਮੈਂਡ ਕਰਦੇ ਰਹਿੰਦੇ ਹਾਂ ਔਰ ਨਵੇਂ ਚੀਜ਼ਾਂ ਐਡ ਕਰਦੇ ਰਹਿੰਦੇ ਹਾਂ, ਠੀਕ ਹੈ। ਇੱਕ ਹੋਰ ਬੋਡੀ ਹੈ ਬੱਚੇ, ਤੁਹਾਨੂੰ ਚਲੋ ਜ਼ਿਆਦਾ ਤੁਹਾਨੂੰ ਹੋ ਜਾਊਗਾ, ਮੈਂ ਦੱਸ ਦਿੰਦਾ ਬੇਸਿਕਲੀ, ਤੁਸੀਂ ਦੇਖ ਲਿਓ ਅਗਰ ਦੇਖਣਾ ਹੋਇਆ, WCCB, ਠੀਕ ਹੈ। ਇਹ ਵਾਈਲਡ ਲਾਈਫ ਕ੍ਰਾਈਮ ਬਾਰੇ ਦੇਖਦੀ ਹੈ ਬੋਡੀ, ਤਾਂ ਇਹ ਵੀ ਇਸੇ ਐਕਟ ਦੇ ਅੰਡਰ ਹੈਗੀ ਆ, ਠੀਕ ਹੈ। ਕਾਫੀ ਇੰਪੋਰਟੈਂਟ ਐਕਟ ਹੈ ਬੱਚੇ, ਤਾਂ ਮੈਂ ਜ਼ਿਆਦਾ ਡਿਟੇਲ ਕਰਵਾ ਰਿਹਾ, ਅਦਰਵਾਈਜ਼ ਮੈਂ ਤੁਹਾਡੇ ਦੇ ਉੱਪਰ ਉੜੇਲ ਨਹੀਂ ਰਿਹਾ, ਤੁਹਾਡੇ ਉੱਪਰ ਫੈਕਟਸ ਨਹੀਂ ਉੜੇਲ ਰਿਹਾ, ਕਿਉਂਕਿ ਐਕਟ ਇੰਪੋਰਟੈਂਟ ਹੈ, ਇਸ ਕਰਕੇ ਜ਼ਿਆਦਾ ਡਿਸਕਸ ਕਰ ਰਿਹਾ ਮੈਂ, ਠੀਕ ਹੈ। ਚਲੋ ਵਿਚ ਆਫ ਦ ਫੋਲੋਇੰਗ ਡਾਇਰੈਕਟਿਵ ਪ੍ਰਿੰਸੀਪਲਸ, ਪੋਲਿਟੀ ਦੇ ਵਿੱਚ ਕੁਐਸਚਨ ਆ ਗਿਆ ਬੱਚੇ, ਚੇਂਜ ਆਫ ਸਬਜੈਕਟ, ਵਿਚ ਆਫ ਦ ਫੋਲੋਇੰਗ ਡਾਇਰੈਕਟਿਵ ਪ੍ਰਿੰਸੀਪਲਸ ਵਾਸ ਨੋਟ ਓਰੀਜਨਲੀ ਪ੍ਰੋਵਾਈਡਡ ਫੋਰ ਇਨ ਕੰਸਟੀਟਿਊਸ਼ਨ ਆਫ ਇੰਡੀਆ। ਆਪਾਂ ਨੂੰ ਪਤਾ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਜਿਹੜੇ ਹੈਗੇ ਨੇ ਬੱਚੇ ਪਾਰਟ 4 ਦੇ ਵਿੱਚ ਆਉਂਦੇ ਨੇਗੇ, ਠੀਕ ਹੈ। ਔਰ 36 ਤੋਂ ਲੈ ਕੇ 51 ਆਪਣੇ ਆਰਟੀਕਲਸ ਇਹਦੇ ਵਿੱਚ ਕਵਰ ਹੁੰਦੇ ਨੇ, ਹਾਂ ਠੀਕ ਹੈ। ਬਟ ਕੁਛ ਆਰਟੀਕਲ ਜਿਹੜੇ ਕੁਛ DPSPs ਵਿਦ ਟਾਈਮ ਐਡ ਹੁੰਦੇ ਨੇ, ਠੀਕ ਹੈ। ਈਵਨ 42nd ਅਮੈਂਡਮੈਂਟ ਦੇ ਨਾਲ ਆਪਾਂ 3 ਤੋਂ 4 ਜਿਹੜੇ ਨਵੇਂ DPSPs ਐਡ ਕੀਤੇ ਨੇ, ਠੀਕ ਹੈ। ਤਾਂ ਹੁਣ ਉਦੋਂ ਬਾਅਦ 'ਚ ਵੀ ਐਡ ਕੀਤੇ ਨੇ 1-2 ਵਾਰੀ, ਤਾਂ ਆਪਾਂ ਦੇਖਦੇ ਹਾਂ ਕਿਹੜੇ ਐਡ ਹੋਏ ਨੇਗੇ, ਠੀਕ ਹੈ। ਆਪਾਂ ਸਿਟੀਜ਼ਨਸ ਰਾਈਟਸ ਟੂ ਐਡੂਕੇਟ ਮੀਨਸ ਆਫ ਲਾਈਵਲੀਹੁਡ, ਇਹ ਬਿਲਕੁਲ ਰਜ ਨਵਾਂ ਨਹੀਂ ਹੈਗਾ, ਕੀ ਪੁੱਛਿਆ ਕੁਐਸਚਨ ਨੇ, ਵਿਚ ਇਨ ਦ ਫੋਲੋਇੰਗ ਡਾਇਰੈਕਟਿਵ ਪ੍ਰਿੰਸੀਪਲਸ ਵਾਸ ਨੋਟ ਓਰੀਜਨਲੀ, ਇਹਨਾਂ ਦੇ ਵਿੱਚ ਓਰੀਜਨਲ ਕਿਹੜਾ ਨਹੀਂ ਸੀ, ਮਤਲਬ ਬਾਅਦ ਦੇ ਵਿੱਚ ਕਿਹੜਾ ਐਡ ਹੋਇਆ। ਤਾਂ ਇਹ ਤਾਂ ਪਹਿਲਾਂ ਸੀਗਾ ਬੱਚੇ, ਆਰਟੀਕਲ 39 ਦੇ ਵਿੱਚ ਆਉਂਦਾ ਇਹ, ਠੀਕ ਹੈ। ਫ੍ਰੀ ਲੀਗਲ ਏਡ, ਇਹ ਬਿਲਕੁਲ ਆਨਸਰ ਇਹੀ ਆਏਗਾ ਰਾਜੇ, ਫ੍ਰੀ ਲੀਗਲ ਏਡ ਬਹੁਤ ਇੰਪੋਰਟੈਂਟ ਆਰਟੀਕਲ ਹੈ। ਇਹਦੇ ਵਿੱਚ ਕਿਹਦੇ ਵਿੱਚ ਆਏਗਾ ਰਾਜੇ, ਇਹ 39A ਦੇ ਵਿੱਚ ਆਏਗਾ, ਠੀਕ ਹੈ।
ਆਰਟੀਕਲ 39A ਅਸੀਂ ਐਡ ਕੀਤਾ ਇਸੇ ਆਰਟੀਕਲ ਦੇ ਨਾਲ, ਇਸੇ ਅਮੈਂਡਮੈਂਟ ਦੇ ਨਾਲ, 42nd ਅਮੈਂਡਮੈਂਟ ਦੇ ਨਾਲ, ਠੀਕ ਹੈ, ਜਿਹਦੇ ਵਿੱਚ ਕਿ ਫ੍ਰੀ ਲੀਗਲ ਏਡ ਦੀ ਇੱਕ ਪ੍ਰੋਵੀਜ਼ਨ ਹੈਗੀ ਆਪਣੇ ਕੋਲੇ। ਹੋਰ ਦੇਖ ਲੈਣਾ ਬੱਚੇ, ਯੂਨੀਫਾਰਮ ਸਿਵਲ ਕੋਡ ਆਰਟੀਕਲ 44 ਪਤਾ ਆਪਾਂ ਨੂੰ, ਠੀਕ ਹੈ। ਪ੍ਰੋਹੀਬਿਸ਼ਨ ਆਫ ਸਲੋਟਰ ਆਫ ਕਾਊਜ਼ ਐਂਡ ਕਾਵਸ, ਬੇਸਿਕਲੀ ਬੱਚੇ ਐਗਰੀਕਲਚਰ ਵਾਲਾ ਆਪਣਾ ਜਿਹੜਾ DPSP ਐਗਰੀਕਲਚਰ ਤੇ ਐਨੀਮਲ ਹਸਬੈਂਡਰੀ, ਉਹੀ ਵਾਲਾ ਆਰਟੀਕਲ, ਉਹੀ ਵਾਲਾ ਪ੍ਰੋਵੀਜ਼ਨ ਆਏਗਾ ਇਹਦੇ ਵਿੱਚ, ਠੀਕ ਹੈ, ਕਿ ਇਹਦੇ ਵਿੱਚ ਉਹ ਆਰਟੀਕਲ 48 ਦੇ ਵਿੱਚ ਹੈਗਾ, ਠੀਕ ਹੈ। ਤਾਂ ਸਾਰੇ ਆਰਟੀਕਲ ਇੰਪੋਰਟੈਂਟ ਨੇਗੇ, ਈਵਨ ਸਾਰਾ DPSP ਵਾਲਾ ਚੈਪਟਰ ਹੀ ਇੰਪੋਰਟੈਂਟ ਹੈਗਾ, ਤਾਂ ਇਹਨੂੰ ਅੱਛੀ ਤਰ੍ਹਾਂ ਦੇਖ ਲੈਣਾ, ਠੀਕ ਹੈ ਬੱਚੇ। ਚਲੋ ਹੋਰ ਕਿਹੜੇ ਆਰਟੀਕਲ ਇਸ 42nd ਅਮੈਂਡਮੈਂਟ ਦੇ ਨਾਲ ਐਡ ਹੋਏ ਨੇ ਬੱਚੇ? ਦੇਖੋ ਇੱਕ ਤਾਂ ਹੋਇਆ ਆਪਣਾ, ਆਪਾਂ ਕਹਿ ਰਹੇ ਹਾਂ 39A, ਇਸ ਤੋਂ ਇਲਾਵਾ ਇੱਕ ਹੋਇਆ ਬੱਚੇ 43A। ਇਹਦੇ ਵਿੱਚ ਕੀ ਹੈਗਾ? ਇਹਦੇ ਵਿੱਚ ਬੇਸਿਕਲੀ ਕਿ ਵਰਕਰਸ ਦੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ ਇਨ ਮੈਨੇਜਮੈਂਟ ਆਫ ਇੰਡਸਟਰੀਜ਼, ਠੀਕ ਹੈ। ਮੈਨੇਜਮੈਂਟ ਦੇ ਵਿੱਚ ਵਰਕਰਸ ਦੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ, ਠੀਕ ਹੈ। ਇੱਕ ਆਪਣੇ ਕੋਲ ਐਡ ਹੋਇਆ ਬੱਚੇ 48A, ਠੀਕ ਹੈ। ਇਹਦੇ ਵਿੱਚ ਕੀ ਹੈ? ਬੇਸਿਕਲੀ ਪ੍ਰੋਟੈਕਸ਼ਨ ਆਫ ਵਾਈਲਡ ਲਾਈਫ ਅਤੇ ਇਨਵਾਇਰਮੈਂਟ ਬਾਰੇ ਗੱਲ ਕੀਤੀ ਗਈ ਹੈ, ਠੀਕ ਹੈ। ਇੱਕ ਹੋਰ ਐਡ ਕੀਤਾ ਸੀ ਇਹਦੇ ਨਾਲ ਅਸੀਂ 39F, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਕਿਉਂਕਿ 39 ਤਾਂ ਆਲਰੇਡੀ ਸੀਗਾ, ਬਟ ਆਪਣੇ ਜਿਹੜਾ F ਸਬ ਕਲੋਜ਼, ਇੱਕ ਕਲੋਜ਼ ਸੀਗਾ ਉਹ ਐਡ ਕੀਤਾ ਸੀ ਕਿ ਨਿਊਟ੍ਰੀਸ਼ਨ ਲੈਵਲ ਇਹ ਸਭ ਹੈ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਇਹ ਤਿੰਨੋਂ ਇੰਪੋਰਟੈਂਟ ਹੈਗੇ, ਠੀਕ ਹੈ। 39A ਆਪਾਂ ਕੀ ਕੀਤਾ? ਲੀਗਲ ਏਡ, ਫ੍ਰੀ ਲੀਗਲ ਏਡ। ਚਲੋ ਜਿਹੜੀ ਵੀ ਚੀਜ਼ ਅਮੈਂਡਮੈਂਟ ਦੇ ਨਾਲ ਐਡ ਹੋਈ ਹੁੰਦੀ ਉਹ ਕੰਪੈਰੇਟਿਵਲੀ ਜ਼ਿਆਦਾ ਜਿਹੜੀ ਕੀ ਹੈ ਇੰਪੋਰਟੈਂਟ ਬਣ ਜਾਂਦੀ ਓਬਵੀਅਸਲੀ, ਠੀਕ ਹੈ। ਇਹ ਦੇਖ ਲਿਆ ਕਰਨਾ। ਕੌਂਸਟੀਟਿਊਂਟ ਅਸੈਂਬਲੀ ਵਿੱਚ ਫਰੇਮਡ ਦਾ ਕੌਂਸਟੀਟਿਊਸ਼ਨ ਆਫ ਫ੍ਰੀ ਇੰਡੀਆ ਵਾਜ਼ ਸੈਟ ਅਪ ਅੰਡਰ, ਜੇ ਮੇਰੇ ਖਿਆਲ ਦੇ ਵਿੱਚ ਆਪਾਂ ਆਲਰੇਡੀ ਕਰ ਚੁੱਕੇ ਹਾਂ ਇਹ ਕੁਐਸਚਨ, ਹੈ ਨਾ, ਕਿਸੇ ਨਾ ਕਿਸੇ ਵੀਡੀਓ ਦੇ ਵਿੱਚ, ਮੇਬੀ ਇਸ ਸੀਰੀਜ਼ ਦੇ ਵਿੱਚ ਨਹੀਂ ਹੋ ਸਕਦਾ, ਪਿਛਲੀ ਸੀਰੀਜ਼ ਦੇ ਵਿੱਚ ਕੀਤਾ ਹੋਵੇ, ਬਟ ਕਰ ਚੁੱਕੇ ਆਪਾਂ। ਤਾਂ ਕਿਹੜੇ ਐਕਟ ਦੇ ਅੰਡਰ, ਕਿਹੜੇ ਸਿਸਟਮ ਸੈਟਅਪ ਦੇ ਅੰਡਰ ਆਪਾਂ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਸੀ ਅੰਗਰੇਜ਼ਾਂ ਨੇ ਬਣਾਈ ਦਿੱਤੀ ਰਾਜ, ਠੀਕ ਹੈ ਰਾਜੇ। ਅੰਗਰੇਜ਼ਾਂ ਨੇ ਕਿਸ ਦੇ ਅੰਡਰ ਜਿਹੜੀ ਆਪਣੀ ਕੌਂਸਟੀਟਿਊਂਟ ਅਸੈਂਬਲੀ ਉਹ ਬਣਾਈ ਸੀਗੀ ਬੇਸਿਕਲੀ? ਤਾਂ ਈਜ਼ੀ ਕੁਐਸਚਨ ਹੈਗਾ B, ਕੈਬਨਿਟ ਮਿਸ਼ਨ ਪਲਾਨ, ਠੀਕ ਹੈ। 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ ਇੰਡੀਆ ਦੇ ਵਿੱਚ ਆਇਆ, ਅਤੇ ਉਸ ਜਿਹੜਾ ਪਲਾਨ ਦੇ ਅੰਡਰ ਆਪਣੇ ਕੋਲ ਦੋ ਚੀਜ਼ਾਂ ਬਣੀਆਂ ਬੇਸਿਕਲੀ, ਇੱਕ ਤਾਂ ਕੌਂਸਟੀਟਿਊਂਟ ਅਸੈਂਬਲੀ ਬਣੀ ਔਰ ਦੂਸਰੀ ਬਣੀ ਆਪਣੇ ਕੋਲ ਇੰਟਰਿਮ ਗਵਰਨਮੈਂਟ, ਆਂਤਰਿਕ ਸਰਕਾਰ। ਕਿਹਦੇ ਦੁਆਰਾ ਹੈਡ ਕੀਤੀ ਗਈ ਸੀ ਬੱਚੇ? ਇਹ ਆਪਣੇ ਨਹਿਰੂ ਸਾਹਿਬ ਦੁਆਰਾ, ਠੀਕ ਹੈ, ਜਵਾਹਰ ਲਾਲ ਨਹਿਰੂ ਦੁਆਰਾ। ਇੰਟਰਿਮ ਗਵਰਨਮੈਂਟ ਅਤੇ ਕੌਂਸਟੀਟਿਊਂਟ ਅਸੈਂਬਲੀ ਦੋਨੋਂ ਹੀ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਹੀ ਅਸੀਂ ਐਸਟੈਬਲਿਸ਼ ਕੀਤੀਆਂ ਗਈਆਂ ਸੀ। ਚਲੋ ऑब्जेक्टिव रेजोल्यूशन, अगेन पॉलिटी ਦੇ ਵਿੱਚ ਕੁਐਸਚਨ ਹੈ, ਪੋਲਿਟੀ ਪਲੱਸ ਮਾਡਰਨ ਹਿਸਟਰੀ ਦੋਨੋਂ ਹੀ ਮਿਕਸ ਨੇਗੇ। ऑब्जेक्टिव रेजोल्यूशन हाउ टू गिव रेजिडरी पावर्स टू, ਤਾਂ ਇਹ ਤਾਂ ਪੋਲਿਟੀ ਦਾ ਕੁਐਸਚਨ ਬਣਦਾ ਬੱਚੇ, ਠੀਕ ਹੈ। ऑब्जेक्टिव रेजोल्यूशन ਪਤਾ ਆਪਾਂ ਨੂੰ ਬੱਚੇ ਕੀ ਹੁੰਦਾ, ਜਿਹੜੀ ਕਿ ਜਵਾਹਰ ਲਾਲ ਨਹਿਰੂ ਨੇ ਕੀ ਮੂਵ ਕੀਤੀ ਸੀਗੀ, ਆਪਾਂ ਨੂੰ ਵੀ ਇਹ ਚੀਜ਼ ਪਤਾ ਹੈ। ਔਰ ਅੱਗੇ ਜਾ ਕੇ ਆਪਣਾ ਕੀ ਬਣਿਆ ਸੀ ਬੱਚੇ? ਪ੍ਰੀਐਂਬਲ ਬਣਿਆ ਸੀਗਾ, ਠੀਕ ਹੈ, ਇੰਪੋਰਟੈਂਟ ਹੈ ਕਾਫੀ। 13 ਦਸੰਬਰ ਨੂੰ ਆਪਾਂ ਪੜ੍ਹਦੇ ਹੁੰਦੇ ਬੱਚੇ, ਜਿਹੜੀ ਕਿ ਇਹ ਨਹਿਰੂ ਸਾਹਿਬ ਨੇ ਮੂਵ ਕੀਤੀ ਸੀ 13 ਦਸੰਬਰ 1946, ਠੀਕ ਹੈ। ਕਿਉਂਕਿ 9 ਦਸੰਬਰ ਨੂੰ ਆਪਣੀ ਪਹਿਲੀ ਜਿਹੜੀ ਮੀਟਿੰਗ ਸੀ ਬੱਚੇ ਇਸ ਅਸੈਂਬਲੀ ਦੀ, ਕੌਂਸਟੀਟਿਊਂਟ ਅਸੈਂਬਲੀ ਦੀ, ਔਰ 13 ਦਸੰਬਰ ਨੂੰ ਇਹ ਰੈਜ਼ੋਲੂਸ਼ਨ ਮੂਵ ਕੀਤੀ ਸੀਗੀ, ਠੀਕ ਹੈ। ਅਤੇ 22 ਜਨਵਰੀ 1947 ਨੂੰ ਇਹ ਯੂਨੈਨੀਮਸਲੀ ਐਕਸੈਪਟ ਕਰ ਲਈ ਗਈ ਸੀਗੀ ऑब्जेक्टिव रेजोल्यूशन, ਠੀਕ ਹੈ। ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਕੀ ਹੈ ਬੱਚੇ ऑब्जेक्टिव रेजोल्यूशन। ਦੇਖੋ ਰੈਜ਼ੋਲੂਸ਼ਨ ਹੁੰਦਾ ਮਤਾ, ऑब्जेक्टिव मतलब ਸਾਡਾ ਕੀ ਨਿਸ਼ਚਾ ਕੀ ਹੈ, ਸਾਡਾ ਟੀਚਾ ਕੀ ਹੈ, ਸਾਡਾ ਏਮ ਕੀ ਹੈਗਾ, ਠੀਕ ਹੈ। ਤਾਂ ਜਿਹੜਾ ਇਹ ਸੰਵਿਧਾਨ ਬਣਾਉਣ ਜਾ ਰਹੇ ਹਾਂ ਅਸੀਂ, ਕਾਹਦੀ ਮੀਟਿੰਗ ਕਹਿ ਰਿਹਾ ਮੈਂ? 9 ਦਸੰਬਰ ਨੂੰ ਬੱਚੇ ਪਹਿਲੀ ਮੀਟਿੰਗ ਏਸੀ ਕੌਂਸਟੀਟਿਊਂਟ ਅਸੈਂਬਲੀ ਦੀ, ਜਿਹਨੇ ਕਿ ਸੰਵਿਧਾਨ ਬਣਾਉਣਾ ਸੀਗਾ, ਠੀਕ ਹੈ। ਤਾਂ ਹੁਣ ਅਗਲੇ 4 ਦਿਨਾਂ ਬਾਅਦ ਹੀ ऑब्जेक्टिव ਇੱਕ ਨਿਸ਼ਚਿਤ ਕਰ ਲਿਆ ਗਿਆ, ਠੀਕ ਹੈ, ਅਸੈਂਬਲੀ ਦੁਆਰਾ, ਕਿ ਹਾਂ ਅਸੀਂ ਜਿਹੜਾ ਸਾਡਾ ਅਸੀਂ ਸੰਵਿਧਾਨ ਲਿਖਣ ਜਾ ਰਹੇ ਹਾਂ ਉਹਦੇ ਵਿੱਚ ਅਸੀਂ ਕੀ ਨਿਸ਼ਚਾ ਰੱਖਦੇ ਹਾਂ, ਵੀ ਕੀ ਸਾਡੇ ਸੰਵਿਧਾਨ ਦੇ ਵਿੱਚ ਹੋਣਾ ਚਾਹੀਦਾ, ਠੀਕ ਹੈ। ਇਕੁਐਲਿਟੀ, ਫਰੈਟਰਨਿਟੀ, ਠੀਕ ਹੈ, ਲਿਬਰਟੀ, ਇਹ ਸਭ ਕੁਛ ਹੋਣਾ ਚਾਹੀਦਾ, ਸਾਰੇ ਬਰਾਬਰ ਹੋਣੇ ਚਾਹੀਦੇ ਨੇ। ਤਾਂ ਓਬਵੀਅਸਲੀ ਜਿਵੇਂ ਜਿਹੜਾ ਕੁਛ ਸਾਡੇ ਪ੍ਰੀਐਂਬਲ ਦੇ ਵਿੱਚ ਹੈਗਾ ਆਲਮੋਸਟ ਸੇਮ ਚੀਜ਼ਾਂ ਹੀ ਸੀਗੀਆਂ ਇਸ ऑब्जेक्टिव रेजोल्यूशन ਦੇ ਵਿੱਚ, ਠੀਕ ਹੈ। ਤਾਂ ਹੀ ਆਪਾਂ ਕਹਿੰਦੇ ਕਿ ਆਪਣਾ ਜਿਹੜਾ ਪ੍ਰੀਐਂਬਲ ਹੈ ਦੈਟ ਇਜ਼ ਇੰਸਪਾਇਰਡ ਫਰੋਮ ਦਿਸ ऑब्जेक्टिव रेजोल्यूशन ਮੂਵਡ ਬਾਏ ਨਹਿਰੂ ਸਾਹਿਬ, ਠੀਕ ਹੈ ਜੀ। ਤਾਂ ਹੁਣ ਇਸ ऑब्जेक्टिव रेजोल्यूशन ਦੇ ਵਿੱਚ ਰਾਜੇ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈਗੀ ਹੈ, ਉਹ ਹੈਗੀ ਕਿ ਜਿਹੜੀ ਰੈਜ਼ੀਡਰੀ ਪਾਵਰ ਸੀ ਉਹ ਪੁੱਛ ਰਿਹਾ ਕਿਹਦੇ ਕੋਲ ਸੀਗੀਆਂ। ਤਾਂ ਇਹ ਇਹਦਾ ਆਨਸਰ ਹੈਗਾ ਬੱਚੇ ਪ੍ਰੋਵਿੰਸ਼ੀਅਲ ਗਵਰਨਮੈਂਟ। ਬਹੁਤ ਇੰਪੋਰਟੈਂਟ ਔਰ ਬਹੁਤ ਹੀ ਟ੍ਰਿਕੀ ਪੁਆਇੰਟ ਬਣਦਾ ਹੈਗਾ, ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ, ਅਗਰ 7th ਸ਼ਡਿਊਲ ਦੇਖੀਏ ਤਾਂ ਯੂਨੀਅਨ, ਸਟੇਟ ਅਤੇ ਕੌਂਕਰੈਂਟ ਲਿਸਟ ਹੈਗੀ ਹੈ, ਔਰ ਇਹਨਾਂ ਤੋਂ ਇਲਾਵਾ ਜਿਹੜੇ ਰੈਜ਼ੀਡਰੀ ਸਬਜੈਕਟਸ ਨੇਗੇ, ਠੀਕ ਹੈ, ਜਿਹੜੇ ਹੋਰ ਬਾਕੀ ਰਹਿ ਗਏ ਉਹ ਆਪਾਂ ਨੂੰ ਪਤਾ ਕਿਹਦੇ ਕੋਲ ਨੇ? ਉਹ ਯੂਨੀਅਨ ਕੋਲ ਨੇਗੇ, ਠੀਕ ਹੈ, ਯੂਨੀਅਨ ਗਵਰਨਮੈਂਟ ਕੋਲ ਨੇ ਰੈਜ਼ੀਡਰੀ, ਠੀਕ ਹੈ। ਤਾਂ ਕਰਕੇ ਇੰਪੋਰਟੈਂਟ ਹੈ ਕਿਉਂਕਿ ਰੈਜ਼ੀਡਰੀ ਅੱਜ ਤਾਂ ਆਪਣੇ ਕੋਲ ਯੂਨੀਅਨ ਕੋਲ ਨੇ, ਬਟ ऑब्जेक्टिव रेजोल्यूशन ਦੇ ਵਿੱਚ ਇਹ ਚੀਜ਼ ਐਸਪਾਇਰ ਕੀਤੀ ਗਈ ਸੀ ਕਿ ਨਹੀਂ, ਰੈਜ਼ੀਡਰੀ ਪਾਵਰ ਆਪਾਂ ਜਿਹੜੀਆਂ ਸਟੇਟ ਗਵਰਨਮੈਂਟਸ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਉਹਨਾਂ ਨੂੰ ਦੇਵਾਂਗੇ, ਠੀਕ ਹੈ। ਤਾਂ ਬਹੁਤ ਵੱਡਾ ਇੱਕ ਚੇਂਜ ਸੀਗਾ ਜਿਹੜਾ ਕਿ ਐਕਚੁਅਲ ਦੇ ਵਿੱਚ ਰਿਹਾ, ਸੋਚਿਆ ਕੀ ਸੀ ਬਟ ਐਕਚੁਅਲ ਦੇ ਵਿੱਚ ਅਸੀਂ ਯੂਨੀਅਨ ਨੂੰ ਦੇਤੇ ਸੀਗੇ। ਜੇ ਮੈਂ ਇਹੀ ਗੱਲ ਕਰਾਂ ਬੱਚੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ, ਠੀਕ ਹੈ, ਇਸ ਐਕਟ ਦੇ ਵਿੱਚ ਜਿਹੜੀ ਰੈਜ਼ੀਡਰੀ ਪਾਵਰ ਸੀ ਉਹ ਕਿਹਨੂੰ ਦਿੱਤੀਆਂ ਗਈਆਂ ਸੀ? ਉਹ ਦਿੱਤੀਆਂ ਗਈਆਂ ਸੀ ਵਾਇਸਰਾਏ ਨੂੰ, ਠੀਕ ਹੈ, ਇਹ ਵੀ ਇੰਪੋਰਟੈਂਟ ਹੈਗਾ।
ਵਾਇਸਰॉय ਨੂੰ ਜਾਂ ਫਿਰ ਕਦੇ ਗਵਰਨਰ ਜਨਰਲ ਆਫ ਇੰਡੀਆ ਵੀ ਲਿਖਿਆ ਜਾਂਦਾ ਨਾ, ਗਵਰਨਰ ਜਨਰਲ ਕਹਿ ਸਕਦੇ ਆਪਾਂ, ਤਾਂ ਵਾਇਸਰॉय ਜਾਂ ਗਵਰਨਰ ਜਨਰਲ ਨੂੰ ਹੀ ਜਿਹੜੀ ਇਹ ਰੈਜ਼ੀਡਰੀ ਪਾਵਰਸ ਇਸ ਐਕਟ ਦੁਆਰਾ ਦਿੱਤੀਆਂ ਗਈਆਂ ਸੀ। ਤਾਂ ਤਿੰਨੋਂ ਹੀ ਚੀਜ਼ਾਂ ਇੰਪੋਰਟੈਂਟ ਨੇਗੀਆਂ, ਠੀਕ ਹੈ ਬੱਚੇ, ਵੀ ਕਿਹੜੇ ਚੀਜ਼ ਦੇ ਵਿੱਚ ਰੈਜ਼ੀਡਰੀ ਪਾਵਰਸ ਕਿਹਦੇ ਕੋਲ ਸੀਗੀਆਂ, ਠੀਕ ਹੈ। ਚਲੋ, In 1977 ਅੰਡਰ whose chairmanship ਪੰਚਾਇਤੀ ਰਾਜ ਕਮੇਟੀ was formed, ਬੱਚੇ ਆਪਾਂ ਕਰ ਚੁੱਕੇ ਹਾਂ ਆਲਮੋਸਟ ਇਹਦੇ ਰਿਲੇਟਡ ਚੀਜ਼ ਕਰ ਚੁੱਕੇ, ਠੀਕ ਹੈ। ਮੇ ਬੀ ਆਪਾਂ ਨੇ 1957 ਵਾਲੀ ਕਮੇਟੀ ਪੜ੍ਹੀ ਸੀ, ਉਹ ਕਿਹੜੀ ਸੀਗੀ, ਬਲਵੰਤ ਰਾਏ ਮਹਿਤਾ। ਕਿ 57 ਦੇ ਵਿੱਚ ਇੱਕ ਬਲਵੰਤ ਰਾਏ ਮਹਿਤਾ ਕਮੇਟੀ ਬਣਾਈ ਸੀ ਆਪਾਂ ਨੇ, ਠੀਕ ਹੈ। ਫਿਰ ਇਹਨੇ ਕੀ ਪੰਚਾਇਤੀ ਰਾਜ ਰეკਮੈਂਡ ਕੀਤਾ ਸੀ। ਫਿਰ ਅਸੀਂ 1959 ਦੇ ਵਿੱਚ ਜਿਹੜਾ ਕੀ ਸੀ, ਨਗੌਰ ਡਿਸਟ੍ਰਿਕਟ ਦੇ ਵਿੱਚ ਪਹਿਲਾ ਜਿਹੜਾ ਆਪਣਾ ਪੰਚਾਇਤੀ ਰਾਜ ਇੰਸਟੀਟਿਊਸ਼ਨ ਬਣਾਇਆ ਸੀਗਾ 2 ਅਕਤੂਬਰ ਨੂੰ, ਠੀਕ ਹੈ, ਨਗੌਰ ਰਾਜਸਥਾਨ ਦੇ ਵਿੱਚ 1959 ਦੇ ਵਿੱਚ, 1959 ਦੇ ਵਿੱਚ। ਚਲੋ, ਇਹਨਾਂ ਤੋਂ ਬਾਅਦ ਵੀ ਰਾਜੇ ਕੁਝ ਕਮੇਟੀਜ਼ ਇਸਟੈਬਲਿਸ਼ ਹੋਈਆਂ 1977 ਦੇ ਵਿੱਚ, ਉਦੋਂ ਬਾਅਦ 'ਚੋਂ 1985 ਦੇ ਵਿੱਚ। ਇਹਨਾਂ ਦੇ ਵਿੱਚ ਵੀ ਬਹੁਤ ਹੋਈਆਂ, ਬਟ ਇੰਪੋਰਟੈਂਟ ਪੜ੍ਹ ਰਹੇ ਆਪਾਂ, ਠੀਕ ਹੈ। 1986 ਇਹਨਾਂ ਦੇ ਵਿੱਚ ਵਿਚਾਲੇ ਵੀ ਕਾਫੀ ਕਮੇਟੀਜ਼ ਹੋਈਆਂ, ਅਸੀਂ ਉਹਨਾਂ ਨੂੰ ਸਕਿਪ ਕਰ ਰਹੇ ਹਾਂ। ਤਾਂ ਇਹੀ 4 ਇੰਪੋਰਟੈਂਟ ਨੇ ਜ਼ਿਆਦਾ। ਤਾਂ ਪੁੱਛ ਰਿਹਾ ਕਿ 1977 ਦੇ ਵਿੱਚ ਕਿਹੜੀ ਕਮੇਟੀ ਬਿਠਾਈ ਸੀ, ਤਾਂ ਉਹਦਾ ਆਨਸਰ ਆਏਗਾ ਬੱਚੇ ਅਸ਼ੋਕ ਮਹਿਤਾ ਕਮੇਟੀ। ਮੈਂ ਕੁਛ ਟ੍ਰਿਕ ਦੱਸੂਗਾ ਤੁਹਾਨੂੰ ਕਿਵੇਂ ਯਾਦ ਕਰਨਾ ਇਹਨੂੰ, ਠੀਕ ਹੈ। ਅਸ਼ੋਕ ਮਹਿਤਾ ਕਮੇਟੀ, ਠੀਕ ਹੈ। ਅੱਗੇ ਪੜ੍ਹਦੇ ਨੇ ਆਪਾਂ ਬੱਚੇ, ਅੱਗੇ ਕੀ ਹੈਗਾ ਆਪਣਾ GVK ਰਾਓ ਕਮੇਟੀ, GVK ਰਾਓ ਕਮੇਟੀ। ਜਦੋਂ ਵੀ ਮੈਂ ਦੇਖੋ ਇੱਦਾਂ ਨਾਮ ਲਿਖਦਾ ਨਾ, ਮੇਰੇ ਦਿਮਾਗ ਦੇ ਵਿੱਚ ਟ੍ਰਿਕ ਚੱਲ ਰਹੀ ਹੁੰਦੀ ਹੈ, ਮੈਂ ਟ੍ਰਿਕ ਤੋਂ ਯਾਦ ਕਰਦਾ ਹੁਣ, ਇੱਦਾਂ ਤਾਂ ਮੇਰੇ ਵੀ ਨਹੀਂ ਯਾਦ ਹੁੰਦੇ, ਮਤਲਬ ਕਿਸੇ ਦੇ ਆਪਾਂ ਹਿਊਮਨ ਹੀ ਹਾਂ, ਠੀਕ ਹੈ। ਤਾਂ ਟ੍ਰਿਕਸ ਨਾਲ ਯਾਦ ਹੁੰਦੀਆਂ ਉਹ ਚੀਜ਼ਾਂ, ਨਿਮੋਨਿਕਸ ਦੇ ਨਾਲ ਯਾਦ ਹੁੰਦੀਆਂ ਨੇਗੀਆਂ, ਠੀਕ ਹੈ। ਹੁਣ ਮੈਂ ਤੁਹਾਡੇ ਸਾਹਮਣੇ ਲਿਖ ਰਿਹਾ, ਬਟ ਮੇਰੇ ਦਿਮਾਗ ਦੇ ਵਿੱਚ ਉਹ ਨਿਮੋਨਿਕ ਚੱਲ ਰਿਹਾ ਹੈਗਾ, ਠੀਕ ਹੈ। ਤਾਂ ਨੈਕਸਟ ਆਊਗਾ ਬੱਚੇ, ਮੈਂ ਦੱਸਦਾ ਕੀ ਨਿਮੋਨਿਕ ਹੈ। ਐਲਮ ਸਿੰਘਵੀ ਕਮੇਟੀ। ਇਹ 4 ਕਮੇਟੀਜ਼ ਬਹੁਤ ਇੰਪੋਰਟੈਂਟ ਹੈ ਜਿਹੜੀ ਕਿ ਪੰਚਾਇਤੀ ਰਾਜ ਦੇ ਨਾਲ ਕੰਸਰਨ ਨਹੀਂ ਹੈ, ਠੀਕ ਹੈ। ਹੁਣ ਨਿਮੋਨਿਕ ਕੀ ਬਣਦਾ ਬੱਚੇ ਇਹਦਾ, ਬਾਗਲ ਨਿਮੋਨਿਕ ਬਣੇਗਾ। ਬਲਵੰਤ ਰਾਏ ਮਹਿਤਾ, ਅਸ਼ੋਕ ਮਹਿਤਾ, GVK ਰਾਓ ਤੇ ਐਲਮ ਸਿੰਘਵੀ, ਠੀਕ ਹੈ ਬੱਚੇ। ਚਲੋ, ਤਾਂ ਆਪਣਾ ਜਿਹੜਾ ਸੈਕਿੰਡ ਕਮੇਟੀ ਬਣਦੀ ਹੈ, ਬਾਕੀ ਹੁਣ ਈਅਰ ਆਪਾਂ ਯਾਦ ਕਰ ਲਾਂਗੇ, ਠੀਕ ਹੈ। 20 ਸਾਲ ਬਾਅਦ, ਫਿਰ ਕੁਛ 8 ਸਾਲ ਬਾਅਦ, ਫਿਰ 1 ਸਾਲ ਬਾਅਦ, ਜਿਵੇਂ ਵੀ ਤੁਹਾਨੂੰ ਕੁਛ ਯਾਦ ਕਰਨਾ ਬਣਦਾ ਉਹ ਕਰ ਸਕਦੇ ਹੋ ਤੁਸੀਂ। ਬਾਗਲ ਵਾਲੀ ਟ੍ਰਿਕ ਆਪਣੀ ਬਣ ਗਈ, ਕਿਉਂਕਿ ਕੁਐਸਚਨ ਦੇ ਵਿੱਚ, ਪੇਪਰ ਦੇ ਵਿੱਚ ਮੈਕਸਿਮਮ ਇਹੀ ਕੁਐਸਚਨ ਆਉਂਦਾ ਵੀ ਪਹਿਲਾਂ ਕਮੇਟੀ ਕਿਹੜੀ ਸੀ, ਬਾਅਦ ਦੇ ਵਿੱਚ ਕਿਹੜੀ ਆਈ ਹੈ, ਹੈ ਨਾ, ਇਹੀ ਕੁਐਸਚਨ ਬਣਦਾ ਹੁੰਦਾ ਮੇਨ, ਠੀਕ ਹੈ। ਤਾਂ ਆਪਾਂ ਉੱਥੋਂ ਕਰ ਸਕਦੇ ਹੁੰਦੇ ਹਾਂ। ਚਲੋ, ਜਿਹੜੀ ਸਵਰਨ ਸਿੰਘ ਕਮੇਟੀ ਸੀ ਬੱਚੇ, ਇਹਨੇ ਕੀ ਰეკਮੈਂਡ ਕੀਤਾ ਸੀ, ਓਬਵੀਅਸਲੀ ਫੰਡਾਮੈਂਟਲ ਡਿਊਟੀਜ਼ ਆਪਾਂ ਪੜ੍ਹਦੇ ਹੁੰਦੇ ਹਾਂ, ਐਮਰਜੈਂਸੀ ਵੇਲੇ ਜਿਹੜੀਆਂ ਐਡ ਹੋਈਆਂ ਨੇ ਪਾਰਟ 4A ਦੇ ਵਿੱਚ, ਮਿਨੀ ਕੌਂਸਟੀਟਿਊਸ਼ਨ ਨਾਲ ਐਡ ਹੋਈਆਂ ਨੇ ਆਪਣੀਆਂ, ਠੀਕ ਹੈ। ਦ ਡੀਪੈਸਟ ਲੇਕ ਆਫ ਦ ਵਰਲਡ ਇਜ਼, ਸਟੈਟਿਕ ਜੀਕੇ ਦੇ ਵਿੱਚੋਂ ਕੁਐਸਚਨ ਆਇਆ ਬੱਚੇ, ਠੀਕ ਹੈ। ਤੁਹਾਨੂੰ ਆਉਂਦਾ ਹੋਏਗਾ ਅਗਰ ਸਟੈਟਿਕ ਜੀਕੇ ਪੜ੍ਹਦੇ ਹੋਗੇ ਤਾਂ ਲੇਕ ਬਾਈਕਾਲ ਓਬਵੀਅਸਲੀ ਜਿਹੜੀ ਡੀਪੈਸਟ ਲੇਕ ਹੈ ਰਾਜੇ ਆਪਣੀ ਦੁਨੀਆ ਦੀ, ਠੀਕ ਹੈ। ਤਾਂ ਆਲਮੋਸਟ 1635-36 ਜਿਹੜਾ ਮੀਟਰ ਇਹਦੀ ਕੀ ਹੈ, ਡੈਪਥ ਹੈਗੀ ਹੈ, ਠੀਕ ਹੈ। 1 ਕਿਲੋਮੀਟਰ ਤੋਂ ਜ਼ਿਆਦਾ ਡੈਪਥ ਹੈ ਇਸ ਲੇਕ ਦੇ ਵਿੱਚ, ਠੀਕ ਹੈ। ਕਿੱਥੇ ਹੈਗੀ ਹੈ, ਰਸ਼ੀਆ ਦੇ ਵਿੱਚ ਹੈ ਬੇਸਿਕਲੀ, ਲੇਕ ਬਾਈਕਾਲ ਰਸ਼ੀਆ ਦੇ ਵਿੱਚ ਹੈ, ਰਸ਼ੀਆ ਦੇ ਸਾਈਬੀਰੀਆ ਰੀਜਨ ਦੇ ਵਿੱਚ ਹੈਗੀ ਹੈ, ਠੀਕ ਹੈ। ਇਹ ਲੇਕ ਬਾਈਕਾਲ ਹੈ ਬੱਚੇ, ਆ ਸਾਰਾ ਰਸ਼ੀਆ, ਨੀਚੇ ਇਹਦੇ ਜਸਟ ਮੰਗੋਲੀਆ ਹੈਗਾ, ਠੀਕ ਹੈ। ਸਾਈਡ 'ਤੇ ਚਾਈਨਾ ਔਰ ਇੱਧਰ ਸਾਈਡ 'ਤੇ ਕਜ਼ਾਕਿਸਤਾਨ, ਠੀਕ ਹੈ ਬੱਚੇ। ਤਾਂ ਬਾਈਕਾਲ ਲੇਕ ਇਜ਼ ਦ ਡੀਪੈਸਟ ਲੇਕ ਆਫ ਦ ਅਰਥ, ਠੀਕ ਹੈ ਬੱਚੇ। ਇਸ ਤੋਂ ਇਲਾਵਾ ਜਿਹੜੀ ਲੇਕ ਬਾਈਕਾਲ ਹੈਗੀ, ਇਹ ਵੀ ਕਿਹਾ ਜਾਂਦਾ ਕਿ ਲਾਰਜੈਸਟ ਫਰੈਸ਼ ਵਾਟਰ ਲੇਕ ਹੈਗੀ, ਠੀਕ ਹੈ। ਲੇਕ ਬਾਈਕਾਲ ਡੀਪੈਸਟ ਵੀ ਹੈ ਔਰ ਲਾਰਜੈਸਟ ਫਰੈਸ਼ ਵਾਟਰ ਲੇਕ ਵੀ ਲੇਕ ਬਾਈਕਾਲ ਹੀ ਹੈਗੀ ਹੈ, ਠੀਕ ਹੈ ਜੀ। ਚਲੋ, ਤਿੱਬਤਨ ਰਿਵਰ ਸਾਂਗਪੋ, ਯਾਰਲੰਗ ਸਾਂਗਪੋ ਬੇਸਿਕ ਪੜ੍ਹਦੇ ਆਪਾਂ, ਯਾਰਲੰਗ ਸਾਂਗਪੋ, ਠੀਕ ਹੈ। ਇਹ ਰਿਵਰ ਦਾ ਨਾਮ ਪੜ੍ਹਦੇ ਆਪਾਂ। ਤਾਂ ਦਿਸ ਰਿਵਰ ਐਂਟਰਸ ਇੰਡੀਆ ਥਰੂ, ਤਾਂ ਅਗਰ ਤੁਹਾਨੂੰ ਪਤਾ ਬੱਚੇ ਕਿ ਇਹ ਕਿਹੜੀ ਰਿਵਰ ਨੂੰ ਆਪਾਂ ਨਾਮ ਦਿੰਦੇ ਹਾਂ ਤਾਂ ਤੁਸੀਂ ਆਨਸਰ ਬਿਲਕੁਲ ਕਰ ਦੋਗੇ, ਠੀਕ ਹੈ। ਵੈਸੇ ਤਾਂ ਆਪਸ਼ਨ ਦੇਖ ਕੇ ਵੀ ਤੁਹਾਨੂੰ ਪਤਾ ਲੱਗਿਆ ਹੋਣਾ ਕਿਹੜੀ ਰਿਵਰ ਹੈ ਇਹ, ਤਾਂ ਇਹ ਬ੍ਰਹਮਪੁੱਤਰ ਹੈ ਬੇਸਿਕਲੀ, ਠੀਕ ਹੈ। ਤਾਂ ਬ੍ਰਹਮਪੁੱਤਰ ਨੂੰ ਤਿੱਬਤ ਦੇ ਵਿੱਚ, ਚਾਈਨਾ ਦੇ ਵਿੱਚ ਰਾਜੇ ਕੀ ਹੈ, ਯਾਰਲੰਗ ਸਾਂਗਪੋ ਹੀ ਕਿਹਾ ਜਾਂਦਾ ਹੈ ਬ੍ਰਹਮਪੁੱਤਰ ਨੂੰ, ਠੀਕ ਹੈ ਜੀ। ਤਾਂ ਓਬਵੀਅਸਲੀ ਸਾਨੂੰ ਪਤਾ ਕਿ ਸਾਡੇ ਅਰੁਣਾਚਲ ਦੇ ਵਿੱਚ ਸਭ ਤੋਂ ਪਹਿਲਾਂ ਐਂਟਰ ਹੁੰਦੀ ਹੈ ਆਪਣੀ ਬ੍ਰਹਮਪੁੱਤਰ, ਠੀਕ ਹੈ। ਫਿਰ ਅਸਮ ਦੇ ਵਿੱਚ ਜਾਂਦੀ ਹੈ, ਫਿਰ ਕਿਤੇ ਹੋਰ ਜਾਂਦੀ ਹੈਗੀ। ਤਾਂ ਆਨਸਰ ਆਪਣੇ ਕੋਲ ਬਿਲਕੁਲ ਹੀ ਅਰੁਣਾਚਲ ਪ੍ਰਦੇਸ਼ ਆਏਗਾ, ਠੀਕ ਹੈ ਬੱਚੇ। ਦੇਖ ਲੈਂਦੇ ਆਪਾਂ, ਠੀਕ ਹੈ। ਇਹ ਆ ਰਹੀ ਹੈ ਬੱਚੇ ਆਪਣੀ ਯਾਰਲੰਗ ਸਾਂਗਪੋ, ਅਤੇ ਜਦੋਂ ਹੀ ਆਪਣੀ ਇਹ ਇੰਡੀਆ ਦੇ ਵਿੱਚ ਐਂਟਰ ਹੋਈ ਆਪਣੀ ਹੁਣ ਇਹ ਬ੍ਰਹਮਪੁੱਤਰ ਬਣ ਗਈ, ਠੀਕ ਹੈ ਜੀ। ਇੱਥੇ ਆ ਕੇ ਬ੍ਰਹਮਪੁੱਤਰ ਬਣ ਗਈ, ਤਾਂ ਅਰੁਣਾਚਲ ਦੇ ਵਿੱਚ ਐਡ ਹੋਈ ਸੀ, ਠੀਕ ਹੈ। ਅਰੁਣਾਚਲ ਦੇ ਵਿੱਚ ਐਡ ਹੋਣ ਤੋਂ ਬਾਅਦ ਬੱਚੇ ਆਪਣੇ ਕੋਲ ਕੀ ਬਣਦਾ ਹੈਗਾ ਇਹ, ਅਤੇ ਫਿਰ ਅਸਮ ਦੇ ਵਿੱਚ ਐਡ ਹੋ ਜਾਂਦੀ ਹੈਗੀ, ਅਸਮ ਡਿਬਰੂਗੜ੍ਹ, ਹੈ ਨਾ, ਇਹ ਸਭ ਗੁਹਾਟੀ ਆ ਗਈ, ਕੈਪੀਟਲ ਆ ਗਈ। ਤਾਂ ਬਿਲਕੁਲ ਰਾਜੇ ਅਸਮ ਤੋਂ ਬਾਅਦ ਇਹ ਸਿੱਧਾ ਹੀ ਫਿਰ ਬੰਗਲਾਦੇਸ਼ ਦੇ ਵਿੱਚ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਫਿਰ ਗੰਗਾ ਵਗੈਰਾ ਨਾਲ ਮਿਲਦੀ ਹੈ ਆਪਣੀ ਬ੍ਰਹਮਪੁੱਤਰ, ਠੀਕ ਹੈ ਜੀ। ਤਾਂ ਬਿਲਕੁਲ ਅਰੁਣਾਚਲ ਦੇ ਵਿੱਚ ਐਂਟਰ ਹੁੰਦੀ ਹੈ ਆਪਣੀ ਜਿਹੜੀ ਬ੍ਰਹਮਪੁੱਤਰ ਜਾਂ ਫਿਰ ਯਾਰਲੰਗ ਸਾਂਗਪੋ ਹੈ। ਚਲੋ, ਥੰਡਰ ਸਟੋਰਮਸ ਆਰ ਐਸੋਸੀਏਟਡ ਵਿਦ, ਬੱਚੇ ਆਪਾਂ ਕਰ ਚੁੱਕੇ ਹਾਂ ਇਹ ਕਿਸੇ ਨਾ ਕਿਸੇ ਟੌਪਿਕ ਦੇ ਵਿੱਚ, ਕਿਸੇ ਨਾ ਕਿਸੇ ਕੁਐਸਚਨ ਦੇ ਵਿੱਚ ਆਪਾਂ ਡਿਸਕਸ ਕੀਤੀ ਸੀ ਇਹ ਚੀਜ਼ ਹਲਕੀ ਜੀ, ਕਿ ਜਿਹੜੇ ਥੰਡਰ ਸਟੋਰਮਸ ਨੇਗੇ, ਠੀਕ ਹੈ, ਜਿਹੜੇ ਮਤਲਬ ਤੂਫਾਨ ਨੇਗੇ, ਉਹ ਕਿਹੜੇ ਬੱਦਲਾਂ ਦੇ ਨਾਲ ਜ਼ਿਆਦਾ ਐਸੋਸੀਏਟਡ ਨੇਗੇ ਵੀ, ਠੀਕ ਹੈ। ਵੀ ਅਗਰ ਉਹ ਬੱਦਲ ਹੋਏ ਤਾਂ ਜ਼ਿਆਦਾ ਚਾਂਸਿਸ ਨੇ ਥੰਡਰ ਸਟੋਰਮ ਹੋਣ ਦੇ, ਠੀਕ ਹੈ।
ਤਾਂ ਆਪਾਂ ਕਰਿਆ ਬੱਚੇ ਜਿਹੜਾ ਸਭ ਤੋਂ ਇੰਪੋਰਟੈਂਟ ਕਲਾਊਡਸ ਨੇ ਆਪਣੇ ਰੇਨ ਵਾਸਤੇ ਵੀ ਅਤੇ ਥੰਡਰਸਟੋਰਮ ਵਾਸਤੇ ਵੀ ਉਹ ਹੈਗੇ ਨੇ ਕਿਊਮੂਲੋ ਨਿੰਬਸ ਕਲਾਊਡਸ। ਕਿਊਮੂਲੋ ਨਿੰਬਸ, ਜਦੋਂ ਵੀ ਨਿੰਬਸ ਨਿੰਬਸ ਆ ਗਿਆ ਉਹਦਾ ਮਤਲਬ ਪਾਣੀ ਹੋਊਗਾ ਹੀ ਹੋਊਗਾ, ਠੀਕ ਹੈ। ਉਹਨਾਂ ਕਲਾਊਡਸ ਦੇ ਵਿੱਚ ਪਾਣੀ ਬਹੁਤ, ਨਿੰਬਸ ਦਾ ਮਤਲਬ ਇਹ ਹੈਗਾ, ਠੀਕ ਹੈ। ਤੁਸੀਂ ਆਪਣੇ ਘਰ ਰਾਜੇ ਜਿਹੜੇ ਤੁਹਾਡੇ ਰਿਵਰਸ ਓਸਮੋਸਿਸ ਸਿਸਟਮ ਨੇ, ਆਰ ਓ ਸਿਸਟਮ ਨੇਗੇ, ਤਾਂ ਉਹਨਾਂ ਦੇ ਵਿੱਚ ਵੀ ਕਈ ਵਾਰੀ ਕੀ ਹੈ ਨਿੰਬਸ ਵਰਡ ਯੂਜ਼ ਹੁੰਦਾ ਹੈਗਾ, ਠੀਕ ਹੈ। ਕੋਈ ਨਾ ਕੋਈ ਬ੍ਰਾਂਡ ਦੇ ਵਿੱਚ, ਜਾਂ ਜੇ ਅਗਰ ਤੁਸੀਂ ਕੋਈ ਲੋਕਲ ਬ੍ਰਾਂਡ ਯੂਜ਼ ਕਰਦੇ ਹੋ, ਠੀਕ ਹੈ, ਤਾਂ ਉਹਨਾਂ ਦੇ ਵਿੱਚ ਜਿਹੜੇ ਨੋਮਨਕਲੇਚਰ ਉਹਦੇ ਵਿੱਚ ਕਈ ਲੋਕ ਜਿਹੜੇ ਨਿੰਬਸ ਵਰਡ ਵੀ ਯੂਜ਼ ਕਰਦੇ ਨੇ, ਠੀਕ ਹੈ। ਤਾਂ ਉਹਦਾ ਮਤਲਬ ਵੀ ਪਾਣੀ ਹੀ ਹੁੰਦਾ ਹੈਗਾ, ਠੀਕ ਹੈ। ਕਿਊਮੂਲੋ ਨਿੰਬਸ, ਤਾਂ ਜਿਹੜੇ ਕਿਊਮੂਲੋ ਨਿੰਬਸ ਕਲਾਊਡਸ ਨੇ ਇਹ ਬਿਲਕੁਲ ਥੰਡਰਸਟੋਰਮਸ ਦਾ ਜਿਹੜਾ ਕੀ ਹੈ ਐਸੋਸੀਏਟ ਕਰਦੇ ਨੇਗੇ, ਠੀਕ ਹੈ। ਚਲੋ ਇਹ ਆਪਣੇ ਜਿਹੜੇ ਕਿਊਮੂਲੋ ਨਿੰਬਸ ਕਲਾਊਡਸ ਨੇ ਬੱਚੇ, ਠੀਕ ਹੈ। ਥੰਡਰਸਟੋਰਮ ਨੀਚੇ ਬਿਜਲੀ ਗਰਜ ਰਹੀ ਹੈ ਔਰ ਹੈਵੀ ਬਾਰਿਸ਼ ਹੋ ਰਹੀ ਹੈਗੀ, ਠੀਕ ਹੈ। ਤੁਹਾਨੂੰ ਇੱਕ ਜਿਹੜੀ ਕਰੈਕਟਰਿਸਟਿਕ ਦੱਸੀ ਸੀ ਮੈਨੇ ਕਿ ਇਹਨਾਂ ਦੀ ਜਿਹੜੀ ਹਾਈਟ ਹੈ ਉਹ ਬਿਲਕੁਲ ਜਿਹੜੀ ਇਲੋਂਗੇਟਡ ਹਾਈਟ ਹੁੰਦੀ ਹੈਗੀ, ਕਾਫੀ ਲੰਬੀ ਹਾਈਟ ਹੁੰਦੀ ਹੈ ਕੰਪੈਰੀਟਿਵਲੀ ਟੂ ਅਦਰ ਕਲਾਊਡਸ, ਠੀਕ ਹੈ। ਹਾਂ ਆਪਣੇ ਗਰਾਊਂਡ ਦੇ ਨੇੜੇ ਨੇਗੇ ਬਟ ਹਾਈਟ ਵੀ ਬਹੁਤ ਜ਼ਿਆਦਾ ਹੈਗੀ, ਠੀਕ ਹੈ। ਤਾਂ ਇਹ ਕਿਊਮੂਲੋ ਨਿੰਬਸ ਕਲਾਊਡਸ ਦੀ ਇੱਕ ਕਰੈਕਟਰਿਸਟਿਕ ਹੈਗੀ ਆ, ਵਰਟੀਕਲ ਡਿਵੈਲਪਮੈਂਟ ਹੁੰਦੀਆਂ ਨੇ ਕਲਾਊਡਸ ਦੀ, ਠੀਕ ਹੈ। ਥੋੜ੍ਹਾ ਜਿਹਾ ਹੋਰ ਦੱਸਦਾ ਨਾ ਮੈਂ ਤੁਹਾਨੂੰ, ਜਿਹੜੇ ਸੀਰਸ ਕਲਾਊਡਸ ਨੇ ਬੱਚੇ, ਸੀਰਸ ਦਾ ਮਤਲਬ ਹੈ ਹਾਈਟ, ਠੀਕ ਹੈ। ਇਹ ਹਾਈਟ 'ਤੇ ਹੁੰਦੇ ਨੇ, ਸੀਰੋ ਕਿਮੂਲਸ, ਸੀਰੋ ਸਟ੍ਰੇਟਸ, ਸਾਈਰਸ, ਠੀਕ ਹੈ। ਤਾਂ ਸੀਰੋ ਵਰਡ ਜਿੱਥੇ ਆ ਗਿਆ ਉਹਦਾ ਮਤਲਬ ਹੈ ਹਾਈਟ, ਆਲਟੋ ਵਰਡ ਜਿੱਥੇ ਆ ਗਿਆ ਉਹਦਾ ਮਤਲਬ ਹੈ ਮਿਡਲ ਹਾਈਟ, ਠੀਕ ਹੈ। ਆਲਟੋ ਕਿਮੂਲਸ, ਆਲਟੋ ਸਟ੍ਰੇਟਸ, ਠੀਕ ਹੈ। ਸਟ੍ਰੇਟਸ ਦਾ ਕੀ ਮਤਲਬ ਹੈ ਜਦੋਂ ਲੰਬੇ ਹੋਣ, ਲੰਬੇ ਕਲਾਊਡਸ ਹੋਣ। ਸੀਰੋ ਸਟ੍ਰੇਟਸ ਮਤਲਬ ਲੰਬੇ ਕਲਾਊਡਸ। ਕਿਊਮੂਲਸ ਦਾ ਕੀ ਮਤਲਬ ਹੈ ਜਦੋਂ ਇਹ ਜੇ ਲੰਪਸ ਬਣੇ ਹੋਣ, ਕੋਟਨ ਵਰਗੇ ਲੰਪਸ ਬਣੇ ਹੋਣ, ਕਿਊਮੂਲਸ। ਆਲਟੋ ਕਿਊਮੂਲਸ, ਸੀਰੋ ਕਿਊਮੂਲਸ, ਠੀਕ ਹੈ। ਇੱਧਰ ਵੀ ਕਿਊਮੂਲਸ, ਸਟ੍ਰੈਟੋ ਕਿਊਮੂਲਸ, ਇਹ ਲੰਬੇ ਵੀ ਨੇ ਔਰ ਲੰਪਸ ਵੀ ਬਣੇ ਹੋਏ ਨੇ, ਠੀਕ ਹੈ। ਸਟ੍ਰੈਟਸ ਦਾ ਮਤਲਬ ਲੰਬੇ। ਨਿੰਬੋ ਸਟ੍ਰੇਟਸ ਮਤਲਬ ਲੰਬੇ ਵੀ ਔਰ ਪਾਣੀ ਵਾਲੇ ਵੀ, ਕਾਲੇ ਬੱਦਲ ਹੋ ਗਏ ਜਿਵੇਂ ਆਪਣੇ, ਠੀਕ ਹੈ ਜੀ। ਕਿਊਮੂਲਸ ਅਗੇਨ ਜਿਹੜੇ ਕਾਟਨ ਵਰਗੇ ਬੋਲਸ ਹੋ ਗਏ ਆਪਣੇ, ਠੀਕ ਹੈ। ਤਾਂ ਹਰ ਜਿਹੜੇ ਨੋਮਨਕਲੇਚਰ ਹੈ ਕਿਸੇ ਕਰੈਕਟਰਿਸਟਿਕ ਦੇ ਅਕੋਰਡਿੰਗਲੀ ਦਿੱਤਾ ਹੋਇਆ ਹੈਗਾ, ਠੀਕ ਹੈ ਬੱਚੇ। ਤਾਂ ਇਹਨੂੰ ਕਰ ਲੈਣਾ, ਇਹ ਮੈਂ ਤੁਹਾਨੂੰ ਐਨੀ ਡਿਟੇਲ ਦੇ ਵਿੱਚ ਸ਼ਾਇਦ ਨਹੀਂ ਕਰਵਾਇਆ ਸੀ ਪਹਿਲਾਂ, ਠੀਕ ਹੈ। ਮੈਂ ਤੁਹਾਨੂੰ ਉੱਪਰੋਂ ਦੱਸਿਆ ਸੀ ਕਿਉਂਕਿ ਵੀ ਵਰ ਰਨਿੰਗ ਆਊਟ ਆਫ ਟਾਈਮ ਦੈਟ ਟਾਈਮ, ਠੀਕ ਹੈ ਜੀ। ਹਾਂ ਆਈ ਥਿੰਕ ਆਪਾਂ ਨੀਅਰ ਦਾ ਐਂਡ ਪਹੁੰਚ ਚੁੱਕੇ ਹਾਂ। ਤਾਂ 12th WTO ਮਿਨਿਸਟੀਰੀਅਲ ਕਾਨਫਰੰਸ ਇਜ਼ ਟੂ ਬੀ ਹੈਲਡ ਐਟ, ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਜੇ। WTO ਦੀ ਕਾਨਫਰੰਸ ਜਿਹੜੀ ਨੋਰਮਲ ਟਰਮ ਦੇ ਵਿੱਚ ਹਰ 2 ਸਾਲ ਬਾਅਦ ਹੁੰਦੀ ਸੀਗੀ, ਠੀਕ ਹੈ। ਹਰ 2 ਸਾਲ ਬਾਅਦ, ਜਿਵੇਂ ਪਹਿਲਾਂ 2013 ਦੇ ਵਿੱਚ ਹੋਈ, ਫਿਰ 2015 ਦੇ ਵਿੱਚ ਹੋਈ, ਫਿਰ 2017 ਦੇ ਵਿੱਚ ਹੋਈ। ਬਟ 2017 ਤੋਂ ਬਾਅਦ ਬੱਚੇ 2019 ਦੇ ਵਿੱਚ ਹੋਣੀ ਚਾਹੀਦੀ ਸੀਗੀ, ਠੀਕ ਹੈ। 2019 ਦੇ ਵਿੱਚ ਕਿਸੇ ਕਾਰਨ ਨਹੀਂ ਹੋਈ ਤਾਂ ਹੋਣੀ ਸੀ 2020 ਦੇ ਵਿੱਚ, ਠੀਕ ਹੈ। ਪੋਸਟਪੋਨ ਹੋ ਗਈ, ਬਟ 2020 ਦੇ ਵਿੱਚ ਫਿਰ ਕੋਵਿਡ ਕਰਕੇ ਨਹੀਂ ਹੋ ਪਾਈ। ਤਾਂ ਹੁਣ ਜਿਹੜੀ ਹੋਣੀ ਹੈ ਉਹ 2021 ਦੇ ਵਿੱਚ ਹੋਣੀ ਹੈਗੀ, ਠੀਕ ਹੈ। ਤਾਂ 2017 ਤੋਂ ਬਾਅਦ ਸਿੱਧਾ ਹੁਣ 2021 ਦੇ ਵਿੱਚ ਹੋਊਗੀ। ਤਾਂ ਮਤਲਬ ਜਿਹੜੀ 11ਵੀਂ ਸੀਗੀ ਉਹ ਕਦੋਂ ਹੋਈ ਸੀ, 2017 ਦੇ ਵਿੱਚ ਹੋਈ ਸੀਗੀ। ਹੁਣ ਜਿਹੜੀ ਹੋਣ ਜਾ ਰਹੀ ਹੈ 12th ਹੋਣ ਜਾ ਰਹੀ ਹੈ, ਠੀਕ ਹੈ। ਹਾਂ ਜਿਹੜੀ 11th ਸੀਗੀ ਉਹ 2017 ਦੇ ਵਿੱਚ ਹੋਈ ਸੀਗੀ। ਤਾਂ ਹੁਣ ਜਿਹੜੀ 2021 ਵਾਲੀ ਹੈ ਕਾਫੀ ਇੰਪੋਰਟੈਂਟ ਹੈ ਬਿਕਾਜ਼ ਹੁਣ 4 ਸਾਲ ਬਾਅਦ ਹੋ ਰਹੀ ਹੈਗੀ, ਠੀਕ ਹੈ। ਇਹ ਕਿੱਥੇ ਹੋ ਰਹੀ ਹੈ ਬੱਚੇ, ਇਹ ਜਨੇਵਾ ਦੇ ਵਿੱਚ ਹੋ ਰਹੀ ਹੈ, ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੋ ਰਹੀ ਹੈ ਆਪਣੀ 12th WTO ਦੀ ਮਿਨਿਸਟੀਰੀਅਲ ਕਾਨਫਰੰਸ, ਠੀਕ ਹੈ। ਆਪਣਾ ਜਿਹੜਾ ਕਮਰਸ ਮਿਨਿਸਟਰ ਬੱਚੇ ਉਹ ਇਹਦਾ ਪਾਰਟਿਸਪੈਂਟ ਹੁੰਦਾ ਹੈਗਾ, ਠੀਕ ਹੈ। WTO ਦੀ ਮਿਨਿਸਟਰ ਜਾਂਦਾ ਇਹਦੇ ਵਿੱਚ ਆਪਣਾ, ਠੀਕ ਹੈ। ਤਾਂ ਹਰ 2 ਸਾਲ ਬਾਅਦ ਹੁੰਦੀ ਹੈਗੀ, ਠੀਕ ਹੈ। ਬਟ ਹੁਣ ਇੱਥੇ ਆਪਣੀ ਹੋ ਰਹੀ ਹੈ ਜਨੇਵਾ ਦੇ ਵਿੱਚ ਹੋ ਰਹੀ ਹੈ, 2021 ਦੇ ਵਿੱਚ ਹੋਊਗੀ, ਠੀਕ ਹੈ। 2020 ਦੇ ਵਿੱਚ ਕਿੱਥੇ ਹੋਣੀ ਸੀ ਬੱਚੇ, ਇੱਥੇ ਹੋਣੀ ਸੀਗੀ ਨੂਰ ਸੁਲਤਾਨ, ਜਿਹੜੀ 2020 ਦੇ ਵਿੱਚ ਹੋਣੀ ਸੀਗੀ, ਜਿਹੜੀ ਕਿ ਕੈਂਸਲ ਹੋ ਚੁੱਕੀ ਹੈਗੀ। ਤਾਂ ਨੂਰ ਸੁਲਤਾਨ ਕਜ਼ਾਕਿਸਤਾਨ ਦੇ ਵਿੱਚ ਹੋਣੀ ਸੀ, ਜਿਹੜੀ ਕਿ ਹੁਣ ਨਹੀਂ ਹੋ ਰਹੀ, ਹੁਣ ਹੋ ਰਹੀ ਹੈ ਆਪਣੀ ਜਨੇਵਾ ਦੇ ਵਿੱਚ। ਜਿਹੜੀ 2017 ਦੇ ਵਿੱਚ ਹੋਈ ਸੀ ਉਹ ਬੱਚੇ ਹੋਈ ਸੀ ਬਿਊਨਸ ਆਇਰਸ ਦੇ ਵਿੱਚ, ਬਿਊਨਸ ਆਇਰਸ ਅਰਜਨਟੀਨਾ ਦੇ ਵਿੱਚ ਹੋਈ ਸੀ 2017 ਦੇ ਵਿੱਚ। ਹੁਣ 2021 ਦੇ ਵਿੱਚ ਹੋਊਗੀ ਆਪਣੀ ਜਨੇਵਾ ਦੇ ਵਿੱਚ, ਠੀਕ ਹੈ ਜੀ। ਚਲੋ ਕਾਫੀ ਇੰਪੋਰਟੈਂਟ ਹੈ ਬੱਚੇ। ਔਰ ਤੁਸੀਂ ਰਾਜੀ ਜਿਹੜੀ WTO ਦੀ DG ਨੇਗੇ, ਇੱਕ ਅਫਰੀਕਨ ਮੈਡਮ ਨੇ, ਇੱਕ ਨਾਈਜੀਰੀਆ ਤੋਂ ਨੇਗੇ, ਠੀਕ ਹੈ। ਹੁਣ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਉਹਨਾਂ ਦਾ ਨਾਮ ਵੀ ਬੜਾ ਅਜੀਬ ਜਿਹਾ ਹੈਗਾ ਅਤੇ ਲਿਆ ਵੀ ਨਹੀਂ ਜਾਣਾ। ਤੁਸੀਂ ਪਲੀਜ਼ ਗੂਗਲ ਕਰਕੇ ਇਹਦੇ WTO ਦੀ ਜਿਹੜੀ DG ਨੇਗੇ ਨਵੇਂ ਅਪੁਆਇੰਟ ਹੋਏ ਨੇ, ਠੀਕ ਹੈ। ਇਸੇ ਕਰਕੇ ਕਾਫੀ ਇੰਪੋਰਟੈਂਟ ਵੀ ਨੇ, ਤੁਸੀਂ ਪਲੀਜ਼ ਗੂਗਲ ਕਰਕੇ ਉਹ ਦੇਖ ਲੈਣਾ। ਹੋ ਸਕਦਾ ਮੈਂ ਤੁਹਾਨੂੰ ਕਿਸੇ ਲੈਕਚਰ ਦੇ ਵਿੱਚ ਕਰਾਇਆ ਵੀ ਹੋਵੇ, ਬਟ ਤੁਸੀਂ ਖੁਦ ਵੀ ਦੇਖ ਲੈਣਾ ਪਲੀਜ਼ ਇਹਨਾਂ ਦੇ DG ਜਿਹੜੇ ਹੈਗੇ ਨੇ WTO ਦੇ, ਠੀਕ ਹੈ। ਅਫਰੀਕਾ ਤੋਂ ਨੇਗੇ ਔਰ ਪਹਿਲੇ ਅਫਰੀਕਨ ਮੈਡਮ ਨੇਗੇ, ਠੀਕ ਹੈ। ਪਹਿਲੀ ਅਫਰੀਕਨ ਹੈਗੇ ਨੇ ਔਰ ਪਹਿਲੀ ਵੂਮਨ ਨੇ ਜਿਹੜੇ ਕਿ WTO ਦੇ DG ਬਣੇ ਨੇਗੇ, ਠੀਕ ਹੈ। ਫਰਸਟ ਵੂਮਨ ਅਤੇ ਫਰਸਟ ਅਫਰੀਕਨ ਇਸ ਆਫਿਸ 'ਚ ਬੈਠਣ ਵਾਲੇ, ਠੀਕ ਹੈ। ਫਰਸਟ ਅਫਰੀਕਨ ਤਾਂ ਕਾਫੀ ਇੰਪੋਰਟੈਂਟ ਹੈ। ਮੈਨੂੰ ਪਿਕਚਰ ਧਿਆਨ ਆ ਰਹੀ ਹੈ, ਮੈਨੂੰ ਨਾਮ ਨਹੀਂ ਧਿਆਨ ਆ ਰਿਹਾ, ਤੁਸੀਂ ਨਾਮ ਦੇਖ ਲੈਣਾ ਪਲੀਜ਼ ਇੱਕ ਵਾਰੀ। ਦ ਈਸਟਰਨ ਡੈਡੀਕੇਟਡ ਫਰੇਟ ਕੋਰੀਡੋਰ ਬੀਇੰਗ ਬਿਲਟ ਬਾਈ ਇੰਡੀਅਨ ਰੇਲਵੇ ਵਿਲ ਕਨੈਕਟ। ਬੱਚੇ ਫਰੇਟ ਕੋਰੀਡੋਰ ਦਾ ਕੀ ਮਤਲਬ ਹੁੰਦਾ, ਫਰੇਟ ਦਾ ਮਤਲਬ ਹੁੰਦਾ ਮਾਲ, ਠੀਕ ਹੈ। ਤਾਂ ਆਪਣੀ ਇੰਡੀਅਨ ਰੇਲਵੇ ਰਾਜੇ ਇੱਕ ਐਸੇ ਕੋਰੀਡੋਰ ਬਣਾ ਰਹੀ ਹੈ ਜਿਹਦੇ ਵਿੱਚ ਕਿ ਸਿਰਫ ਔਰ ਸਿਰਫ ਜਿਹੜਾ ਕੀ ਹੈ ਮਾਲ ਲੱਦਿਆ ਜਾਊਗਾ, ਠੀਕ ਹੈ। ਮਤਲਬ ਜਿਹੜਾ ਗੁੱਡਸ ਨੇਗੇ, ਪੈਸੇਂਜਰ ਵਹੀਕਲ ਨਹੀਂ ਹੋਣਗੇ, ਪੈਸੇਂਜਰ ਟ੍ਰੇਨਸ ਨਹੀਂ ਹੋਣਗੀਆਂ,
सिर्फ और सिर्फ ਜਿਹੜੀ ਮਾਲ ਗੱਡੀ ਆਪਾਂ ਕਹਿੰਦੇ ਜਿਹਨੂੰ, ਠੀਕ ਹੈ, ਜਿਹੜੀ ਆਪਣੀਆਂ ਗੁੱਡਸ ਟ੍ਰੇਨ ਹੁੰਦੀਆਂ ਨੇ ਸਿਰਫ ਉਹੀ ਚੱਲਣਗੀਆਂ। ਫਰੇਟ ਹੀ ਜਿਹੜਾ ਹੋਊਗਾ ਤਾਂ ਡੈਡੀਕੇਟਡ ਇੱਕ ਫਰੇਟ ਕੋਰੀਡੋਰਸ ਬਣਾਏ ਜਾ ਰਹੇ ਨੇ ਤਾਂ ਕਿ ਜਿਹੜੇ ਆਪਣੇ ਵਿੱਚ ਜਿਹੜੀ ਗੁੱਡਸ ਦੀ ਟਰਾਂਸਪੋਰਟੇਸ਼ਨ ਉਹ ਜ਼ਿਆਦਾ ਫਾਸਟਰ ਹੋ ਸਕੇ, ਠੀਕ ਹੈ। ਤਾਂ ਉਹੀ ਪੁੱਛ ਰਿਹਾ ਕਿ ਜਿਹੜਾ ਈਸਟਰਨ ਹੈ, ਬਲਕਿ 2 ਬਣ ਰਹੇ ਨੇ ਆਪਣੇ ਮੇਨ, ਠੀਕ ਹੈ, ਹੋਰ ਵੀ ਨੇ, ਹੋਰ ਵੀ ਇਹਦੇ ਪਾਰਟਸ ਕਈ ਨੇ, ਮੇਨ 2 ਨੇ ਆਪਣੇ, ਈਸਟਰਨ ਤੇ ਵੈਸਟਰਨ, ਠੀਕ ਹੈ। ਇਹ ਵੈਸਟ ਹੋ ਗਿਆ, ਈਸਟ ਹੋ ਗਿਆ, ਤਾਂ 2 ਆਪਣੇ ਕੋਲੇ ਕੋਰੀਡੋਰਸ ਬਣ ਰਹੇ ਨੇ। ਪੁੱਛ ਰਿਹਾ ਕਿ ਜਿਹੜਾ ਈਸਟ ਵਾਲਾ ਹੈ ਇਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈਗਾ, ਇਹ ਪੁੱਛ ਰਿਹਾ ਚੀਜ਼, ਠੀਕ ਹੈ। ਤਾਂ ਪਾਨੀਪਤ ਤੋਂ ਇਲਾਹਾਬਾਦ, ਚਲੋ ਬਣਦਾ ਤਾਂ ਹੈਗਾ ਇੱਧਰ ਐਵੇਂ, ਠੀਕ ਹੈ। ਰਾਜਕੋਟ ਤੋਂ ਭੁਵਨੇਸ਼ਵਰ, ਰਾਜਕੋਟ ਗੁਜਰਾਤ, ਭੁਵਨੇਸ਼ਵਰ ਨਹੀਂ, ਇਹ ਤਾਂ ਬਿਲਕੁਲ ਵੀ ਨਹੀਂ ਬਣਦਾ, ਠੀਕ ਹੈ। JNPT ਤੋਂ ਦਾਦਰੀ, JNPT ਤੋਂ ਦਾਦਰੀ ਤਾਂ ਵੈਸਟ ਬਣ ਜੂਗਾ, ਇਹ ਵੀ ਨਹੀਂ ਹੋ ਸਕਦਾ। ਲੁਧਿਆਣਾ ਤੇ ਦੰਕੋਨੀ ਤੇ ਪਾਨੀਪਤ ਤੇ ਇਲਾਹਾਬਾਦ, ਇਹਨਾਂ ਦੋਨਾਂ ਦੇ ਵਿੱਚ ਹੋ ਸਕਦਾ ਬੱਚੇ, ਕਿਉਂਕਿ ਦੋਨਾਂ ਦੀ ਡਾਇਰੈਕਸ਼ਨ ਇੱਦਾਂ ਹੀ ਬਣੂਗੀ, ਠੀਕ ਹੈ। ਬਟ ਆਪਾਂ ਨੂੰ ਪਤਾ ਇਹ ਨਹੀਂ ਹੈਗਾ ਰਾਜੇ, ਆਪਣਾ ਆਨਸਰ ਆਏਗਾ ਲੁਧਿਆਣਾ ਟੂ ਦੰਕੋਨੀ। ਦੰਕੋਨੀ ਕਿਹਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਠੀਕ ਹੈ। ਤਾਂ ਲੁਧਿਆਣਾ ਦੇ ਵਿੱਚ ਵੀ ਬੇਸਿਕਲੀ ਸਾਹਨੇਵਾਲ ਤੋਂ ਸਟਾਰਟ ਹੁੰਦੀ ਆ, ਸਾਹਨੇਵਾਲ ਤੋਂ, ਠੀਕ ਹੈ। ਬਟ ਤੁਹਾਨੂੰ ਆਪਾਂ ਨੂੰ ਲੁਧਿਆਣਾ ਹੀ ਆ ਸਕਦਾ, ਪਰ ਪੰਜਾਬ ਦੇ ਪੇਪਰਾਂ 'ਚ ਡੈਫੀਨੇਟਲੀ ਸਾਹਨੇਵਾਲ ਵੀ ਆ ਸਕਦਾ, ਠੀਕ ਹੈ। ਸਾਹਨੇਵਾਲ ਤੋਂ ਲੈ ਕੇ ਦੰਕੋਨੀ ਵੈਸਟ ਬੰਗਾਲ ਦੇ ਵਿੱਚ ਜਿਹੜਾ ਕਿ ਸਾਡਾ ਈਸਟਰਨ ਫਰੇਟ ਕੋਰੀਡੋਰ ਆਪਣਾ ਬਣਾਇਆ ਜਾ ਰਿਹਾ ਹੈਗਾ, ਠੀਕ ਹੈ। ਦੇਖ ਲੈਂਦੇ ਹਾਂ ਬੱਚੇ, ਇਹ ਦੋਨੋਂ ਫਰੇਟ ਕੋਰੀਡੋਰਸ ਨੇਗੇ, ਈਸਟਰਨ ਤੇ ਵੈਸਟਰਨ, ਠੀਕ ਹੈ। ਤਾਂ ਲੁਧਿਆਣਾ ਤੋਂ ਲੈ ਕੇ ਬੱਚੇ ਆਪਣਾ ਦੰਕੋਨੀ ਵੈਸਟ ਬੰਗਾਲ ਤੱਕ ਆਪਣਾ ਜਿਹੜਾ ਰਾਜੀ ਈਸਟਰਨ ਕੋਰੀਡੋਰ ਹੈ, ਔਰ ਦਾਦਰੀ ਤੋਂ ਲੈ ਕੇ, ਦੇਖੋ ਦਾਦਰੀ ਤੋਂ ਲੈ ਕੇ JNPT, ਜਵਾਹਰ ਲਾਲ ਨਹਿਰੂ ਪੋਰਟ ਟਰਸਟ, ਬੰਬੇ, ਮੁੰਬਈ, ਤਾਂ ਦਾਦਰੀ ਤੋਂ ਲੈ ਕੇ JNPT ਜਿਹੜਾ ਆਪਣਾ ਹੈਗਾ ਬੱਚੇ ਉਹ ਵੈਸਟਰਨ ਕੋਰੀਡੋਰ ਹੈ। ਲੁਧਿਆਣਾ ਤੋਂ ਲੈ ਕੇ ਦੰਕੋਨੀ ਤੱਕ ਆਪਣਾ ਈਸਟਰਨ ਕੋਰੀਡੋਰ ਹੈ। ਜੇ ਆਪਾਂ ਦੇਖ ਸਕਦੇ ਹਾਂ ਬੱਚੇ, ਜਿਹੜਾ ਦਾਦਰੀ ਦੇ ਵਿੱਚ ਦੋਨੋਂ ਹੀ ਇੰਟਰਸੈਕਟ ਹੋ ਰਹੇ ਨੇਗੇ, ਠੀਕ ਹੈ। ਚਾਹੇ ਦਾਦਰੀ ਦੇ ਵਿੱਚ ਇਹ ਸਟਾਰਟ ਹੋ ਰਿਹਾ ਆਪਣਾ ਵੈਸਟ ਵਾਲਾ, ਬਟ ਜਿਹੜਾ ਆਪਣਾ ਈਸਟ ਵਾਲਾ ਉਹ ਵੀ ਦਾਦਰੀ ਦੇ ਵਿੱਚੋਂ ਕ੍ਰੋਸ ਕਰ ਰਿਹਾ ਹੈਗਾ, ਠੀਕ ਹੈ। ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਕਿ ਜੇ ਕਿੱਥੇ ਮਿਲਦੇ ਨੇ, ਇਹ ਦਾਦਰੀ ਦੇ ਵਿੱਚ ਮਿਲਦੇ ਨੇ, ਆਪਾਂ ਇਹ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਦੋਨੇ ਹੀ ਇੰਪੋਰਟੈਂਟ ਨੇ, ਔਰ ਇੰਡੀਅਨ ਰੇਲਵੇਜ਼ ਨੇ ਇੱਕ ਸੈਪਰੇਟ ਕੰਪਨੀ ਬਣਾ ਕੇ ਇਹਦੇ ਵਾਸਤੇ, ਠੀਕ ਹੈ, ਡੈਡੀਕੇਟਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ, ਇਹ ਜਿਹਾ ਕੁਝ ਕੰਪਨੀ ਬਣਾ ਕੇ ਸਪੈਸੀਫਿਕਲੀ, ਜਿਹੜੀ ਕਿ ਪਿਓਰਲੀ ਇੰਡੀਅਨ ਰੇਲਵੇਜ਼ ਦੀ ਸਬਸਿਡਰੀ ਹੈਗੀ ਇੱਕ, ਠੀਕ ਹੈ, ਸਪੈਸੀਫਿਕਲੀ ਇਸ ਪ੍ਰੋਜੈਕਟ ਨੂੰ ਕਵਰ ਕਰਨ ਵਾਸਤੇ, ਠੀਕ ਹੈ ਬੱਚੇ। ਇਹ ਸਭ ਸੀ ਆਪਣਾ GK ਵਾਲਾ ਪੋਰਸ਼ਨ ਅੱਜ, ਠੀਕ ਹੈ। ਆਈ ਹੋਪ ਰਾਜੇ ਤੁਹਾਨੂੰ ਸਾਰੀਆਂ ਵੀਡੀਓਜ਼ ਅੱਛੀਆਂ ਲੱਗੀਆਂ ਹੋਣ, ਅਗਰ ਅੱਛੀਆਂ ਲੱਗੀਆਂ ਤਾਂ ਪਲੀਜ਼ ਸਪੋਰਟ ਕਰਦਿਆ ਕਰੋ, ਠੀਕ ਹੈ। ਔਰ ਰਾਜੇ ਬੈਚਿਸ ਮੰਡੇ ਤੋਂ ਸਟਾਰਟ ਹੋ ਰਹੇ ਨੇਗੇ, ਸਾਰੇ ਹੀ ਫੁੱਲ ਫਲੈਜਡ ਬੈਚ ਸਟਾਰਟ ਹੋ ਰਹੇ ਨੇ। ਤੁਸੀਂ ਅਗਰ ਇੰਟਰਸਟਡ ਹੋ ਬੱਚੇ, ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। 5 ਜੁਲਾਈ ਤੋਂ ਬੈਚਿਸ ਸਟਾਰਟ ਨੇ, ਦੇਰੀ ਨਾ ਕਰੋ ਬੱਚੇ। ਅਗਰ ਜੋਬ ਸਿਕਿਉਰ ਕਰਨੀ ਹੈ ਇਸ ਵਾਰੀ ਤਾਂ ਪਲੀਜ਼ ਆਪਣੇ ਆਪ ਨਾਲ ਕੰਪਰੋਮਾਈਜ਼ ਨਾ ਕਰਿਓ। ਅਗਰ ਤੁਹਾਨੂੰ ਹੈਲਪ ਦੀ ਲੋੜ ਲੱਗਦੀ ਹੈ ਤਾਂ ਕਿਤੋਂ ਵੀ ਲੱਗਦੀ ਹੈ, ਇੱਥੋਂ ਨਹੀਂ ਲੈਣੀ, ਕਿਤੋਂ ਹੋਰ ਲੈਣੀ ਹੈ, ਬਟ ਹੈਲਪ ਜ਼ਰੂਰ ਲੈ ਲਿਓ, ਠੀਕ ਹੈ ਬੱਚੇ। ਆਪਣੇ ਆਪ ਨਾਲ ਕੰਪਰੋਮਾਈਜ਼ ਨਾ ਕਰਿਓ। ਚਲੋ ਮਿਲਦੇ ਹਾਂ ਫਿਰ ਨੈਕਸਟ ਟਾਈਮ ਬੱਚੇ, ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ ਟਿਲ ਦੈਨ।